ਉਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਸਾ ਦੀ ਵਾਰ ਦਾ ਅਖੀਰਲਾ ਛੱਕਾ ਪ੍ਰਾਰੰਭ ਕਰਦੇ ਨੇ। ਸਵੇਰੇ ਵੀ ਇਹੀ ਬਚਨ ਆਉਂਦਾ ਹੈ ਔਰ ਸ਼ਾਮ ਨੂੰ ਵੀ ਇਹੀ ਬਚਨ ਆਇਆ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਇੱਕੋ ਹੀ ਚੀਜ਼ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਜਣਾਉਂਦੇ ਨੇ। ਸਭ ਤੋਂ ਪਹਿਲਾਂ ਪ੍ਰਾਰੰਭ ਕਰਦੇ ਹਾਂ ਆਪਾਂ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੋ ਹਰੀ ਪਰਮੇਸ਼ਰ ਹੈ ਉਹਨੇ ਜੁਗਾਂ ਜੁਗਾਂ 'ਚ ਭਗਤ ਪੈਦਾ ਕੀਤੇ। ਯੁੱਗ ਨਾਮ ਦੋ ਦਾ ਵੀ ਹੈ, ਜੁਗ ਜੁਗ ਦੋ ਤੇ ਦੋ ਚਾਰ, ਚਾਰੇ ਯੁੱਗਾਂ ਵਿੱਚ ਪਰਮੇਸ਼ਰ ਨੇ ਭਗਤ ਪੈਦਾ ਕੀਤੇ। ਭਗਤਾਂ ਦੀ ਪਾਲਣਾ ਵੀ ਉਸਨੇ ਕੀਤੀ, ਰੱਖਿਆ ਵੀ ਉਸਨੇ ਕੀਤੀ। ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਵਾਹਿਗੁਰੂ ਫਿਰ ਉਹਨਾਂ ਆਪਣੇ ਭਗਤਾਂ ਪਿਆਰਿਆਂ ਦੀ ਪੈਜ ਵੀ ਰੱਖਦਾ ਆਇਆ। ਪਿੱਛੋਂ ਲੈ ਕੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਭਗਤਾਂ ਦੀ ਪੈਜ ਰੱਖੀ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਦੁਸ਼ਟ ਨੂੰ ਪਰਮੇਸ਼ਰ ਨੇ ਕਦੋਂ ਮਾਰਿਆ? ਸ਼ਾਮ ਦੇ ਵਕਤ, ਜਦੋਂ ਸੂਰਜ ਛੁਪ ਚੁੱਕਾ। ਉਸ ਸਮੇਂ ਨੂੰ ਕਹਿੰਦੇ ਨਾ ਦਿਨ ਨਾ ਰਾਤ। ਉਹਦਾ ਵਰ ਪੂਰਾ ਕੀਤਾ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਉੱਪਰ ਅਸਮਾਨ 'ਚ ਨਾ ਧਰਤੀ ਤੇ, ਨਾ ਕੋਈ 84 ਲੱਖ ਜੂਨ ਵਿੱਚੋਂ ਮੈਨੂੰ ਮਾਰ ਸਕੇ, ਨਾ ਕੋਈ ਮੈਨੂੰ ਸ਼ਸਤਰਾਂ ਨਾਲ ਕੱਟ ਸਕੇ। ਪਰਮੇਸ਼ਰ ਨੇ ਦੇਹਲੀ ਦੇ ਉੱਤੇ ਬੈਠ ਕੇ ਆਪਣੇ ਪੱਟ ਦੇ ਉੱਤੇ ਉਹਨੂੰ ਰੱਖਿਆ। ਅੱਧਾ ਅੰਦਰ ਅੱਧਾ ਬਾਹਰ, ਨਾ ਦਿਨ ਹੈ ਨਾ ਰਾਤ ਹੈ, ਨਾ 84 ਲੱਖ ਜੂਨ ਵਿੱਚੋਂ ਕੋਈ ਜੀਵ ਹੈ। ਫਿਰ ਪਰਮੇਸ਼ਰ ਨੇ ਪੁੱਛਿਆ, ਇਹ ਜੋ 9 ਹੁੰਦੇ ਨੇ ਇਹਨਾਂ ਨੂੰ ਕਿਸੇ ਸ਼ਸਤਰ ਵਿੱਚ ਤਾਂ ਨਹੀਂ ਗਿਣਿਆ? ਕਹਿਣ ਲੱਗੇ ਨਹੀਂ। ਤਾਂ ਫਿਰ ਕਹਿੰਦੇ ਲਓ ਮੈਂ 9 ਨਾਲ ਤੁਹਾਨੂੰ ਪਾੜਦਾ ਤੁਹਾਡੇ ਪੇਟ ਦੇ ਤਾਈਂ। ਹਰਨਾਕਸ਼ ਦੁਸ਼ਟ ਹਰ ਮਾਰਿਆ। ਪਰਮੇਸ਼ਰ ਨੇ ਮਾਰਿਆ, ਨਰਸਿੰਘ ਰੂਪ ਧਾਰਨ ਕਰਕੇ ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਦੀ ਕਲਿਆਣ ਕੀਤੀ ਮਹਾਰਾਜ ਨੇ। ਇਹ ਮਹਾਰਾਜ ਕਹਿੰਦੇ ਨੇ ਅੱਗੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀ ਅਤੇ ਨਿੰਦਕ ਲੋਕ ਜੀ ਜਿਹੜੇ ਸਨ, ਪੰਡਰਪੁਰ ਮੰਦਰ ਦੇ ਵਿੱਚ ਜਿਸ ਸਥਾਨ ਤੇ ਮੰਦਰ ਘੁਮਾ ਦਿੱਤਾ ਪਰਮੇਸ਼ਰ ਨੇ, ਨਾਮਦੇਵ ਜੀ ਪਰਮੇਸ਼ਰ ਦੇ ਪ੍ਰੇਮ ਵਿੱਚ ਐਸੇ ਆਏ, ਮੰਦਰ ਦੇ ਅੰਦਰ ਪ੍ਰਵੇਸ਼ ਹੋਏ। ਖੜਤਾਲਾਂ ਦੀ ਥਾਂ ਤੇ ਜੁੱਤੀਆਂ ਹੀ ਵਜਾਉਣ ਲੱਗ ਪਏ। ਇਹ ਵੀ ਇਤਿਹਾਸ ਵਿੱਚ ਆਇਆ। ਉਸ ਵਕਤ ਕਹਿਣ ਲੱਗੇ ਪੰਡਤ ਇਹ ਸ਼ੂਦਰ ਹੈ, ਦੂਸਰਾ ਇਹ ਆ ਬੜੀ ਵੱਡੀ ਗਲਤੀ ਕਰ ਰਿਹਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਚ ਆ ਕੇ ਪਤਾ ਨਹੀਂ ਕਿਵੇਂ ਹੋ ਗਿਆ ਇਹ ਕਾਰਜ। ਮੰਦਰ ਚੋਂ ਬਾਹਰ ਕੱਢੇ। ਫਿਰ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਅੱਗੇ ਤਾਨਾ ਵੀ ਮਾਰਿਆ, ਬੇਨਤੀ ਵੀ ਕੀਤੀ, ਤੇਰੀ ਪੈਜ ਪਛਾਉਂਦੀ ਹੋਏ ਲਾ, ਤੇ ਦੇਖ ਲਓ ਤੁਹਾਡੀ ਪੈਜ ਪਿੱਛੇ ਪੈ ਜਾਣੀ ਹੈ। ਹੁਣ ਆਪਣੇ ਭਗਤ ਦੀ ਪੈਜ ਰੱਖ। ਉਸ ਵਕਤ ਪਰਮੇਸ਼ਰ ਨੇ ਫਿਰ ਮੰਦਰ ਹੀ ਘੁਮਾ ਦਿੱਤਾ ਸਾਰਾ। ਮੰਦਰ ਦਾ ਮੁੱਖ ਨਾਮਦੇਵ ਜੀ ਵੱਲ ਕਰ ਦਿੱਤਾ। ਇਸ ਕਰਕੇ ਕਿਹਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਹੰਕਾਰੀ ਤੇ ਨਿੰਦਕ ਕੌਣ ਸੀ? ਦੁਰਯੋਧਨ। ਉਹਨਾਂ ਨੂੰ ਵੀ ਪਿੱਠ ਦਿੱਤੀ। ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਘਰ ਗਏ ਹੀ ਨਹੀਂ। ਬਿਦਰ ਦੇ ਘਰ ਜਾ ਕੇ ਰਾਤ ਬਤੀਤ ਕੀਤੀ। ਗੁਣ ਗਾਵਤ ਰਹਿਣ ਬਿਹਾਨ। ਖੀਰ ਸਮਾਨ ਸਾਗ ਮੈਂ ਪਾਇਆ, ਸਾਗ ਪ੍ਰਾਪਤ ਕਰ ਲਿਆ ਅਤੇ ਗੁਣਾਂ ਨੂੰ ਗਾਉਂਦਿਆਂ ਰਾਤ ਬਤੀਤ ਹੋਈ। ਤੇ ਨਾਮਦੇਵ ਜੀ ਨੂੰ ਆਪਣੇ ਮੁਖ ਨਾਲ ਲਾਇਆ, ਭਾਵ ਸਨਮੁਖ ਕੀਤਾ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ।
ਰੱਬ ਦੇ ਪਿਆਰੇ ਨੇ ਇਹੋ ਜਿਹੀ ਸੇਵਾ ਕੀਤੀ ਪਰਮੇਸ਼ਰ ਦੀ। ਪਰਮੇਸ਼ਰ ਨੇ ਅੰਤ ਨੂੰ ਆਪਣੇ ਪਿਆਰਿਆਂ ਨੂੰ ਜਮਾਂ ਦੀ ਫਾਹੀ ਤੋਂ ਛੁਡਾ ਲਿਆ। ਇਹ ਪਹਿਲਾ ਛੱਕਾ ਸ਼ਾਮ ਦੇ ਵਕਤ ਰਾਗੀ ਸਿੰਘ ਪੜ੍ਹਦੇ ਨੇ। ਇਸੇ ਪ੍ਰਕਾਰ ਰਹਿਰਾਸ ਸਾਹਿਬ ਜੀ ਦਾ ਪਾਠ ਗੁਰੂ ਘਰ ਵਿੱਚ ਸੰਧਿਆ ਦੇ ਸਮੇਂ ਕੀਤਾ ਜਾਂਦਾ, ਕਿਉਂਕਿ ਦੂਜੀ ਸੰਧਿਆ ਮੰਨੀ ਗਈ ਹੈ। ਪਹਿਲੀ ਸੰਧਿਆ ਅੰਮ੍ਰਿਤ ਵੇਲੇ ਦੀ ਸ੍ਰੀ ਜਪਜੀ ਸਾਹਿਬ ਦੇ ਪਾਠ ਤੋਂ ਪ੍ਰਾਰੰਭ ਕਰਦੇ, ਤੇ ਇਹ ਰਹਿਰਾਸ ਦੂਜੀ ਸੰਧਿਆ ਹੈ ਜੋ ਸੂਰਜ ਛਿਪਣ ਵੇਲੇ ਪੜ੍ਹਨ ਦੀ ਗੁਰੂ ਸਾਹਿਬਾਂ ਵੱਲੋਂ ਗੁਰੂ ਕੇ ਸਿੱਖਾਂ ਨੂੰ ਆਗਿਆ ਹੈ। ਅਤੇ ਤੀਸਰੀ ਸੰਧਿਆ ਕੀਰਤਨ ਸੋਹਿਲਾ ਜੋ ਗੁਰੂ ਸਾਹਿਬ ਜੀ ਵੱਲੋਂ ਰਾਤ ਨੂੰ ਸੌਣ ਵੇਲੇ ਪੜ੍ਹਨ ਦਾ ਸਾਰਿਆਂ ਨੂੰ ਗੁਰਮੁਖਾਂ ਨੂੰ ਹੁਕਮ ਹੈ। ਗੁਰਸਿੱਖਾਂ ਪਿਆਰਿਆਂ ਨੂੰ ਰਾਤ ਨੂੰ ਪਾਠ ਕਰੋ ਕੀਰਤਨ ਸੋਹਿਲੇ ਦਾ। ਹੁਣ ਜੋ ਵੀ ਸਿੱਖ ਮਾਈ ਭਾਈ ਇਹਨਾਂ ਤਿੰਨ ਸੰਧਿਆਂ ਦਾ ਪਾਠ ਨੇਮ ਨਾਲ ਰੋਜ਼ਾਨਾ ਸ਼ਰਧਾ ਸਹਿਤ ਕਰਦਾ ਹੈ, ਉਸ ਦਾ ਲੋਕ ਪਰਲੋਕ ਵਿੱਚ ਮਹਾਰਾਜ ਆਪ ਜਾ ਕਰਕੇ ਉਸ ਦੀ ਮਦਦ ਕਰਦੇ ਨੇ, ਉਸ ਦੇ ਰਾਖੇ ਹੁੰਦੇ ਨੇ। ਗੁਰੂ ਸਾਹਿਬ ਉਹਦੇ ਸਹਾਇਕ ਹੁੰਦੇ ਨੇ। ਜੋ ਗੁਰਸਿੱਖ ਇਹਨਾਂ ਤਿੰਨ ਸੰਧਿਆ ਦਾ ਪਾਠ ਨਹੀਂ ਕਰਦਾ, ਉਸ ਦੀ ਸਹਾਇਤਾ ਮਹਾਰਾਜ ਨਹੀਂ ਕਰਦੇ। ਇਸ ਕਰਕੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਰਹਿਰਾਸ ਅਤੇ ਕੀਰਤਨ ਸੋਹਿਲਾ ਇਹ ਤਿੰਨ ਜ਼ਰੂਰੀ ਸੰਧਿਆ ਹੈ ਸਾਡੇ ਲਈ। ਇਸ ਵਾਸਤੇ ਹਰ ਪ੍ਰਾਣੀ ਨੂੰ, ਗੁਰਮੁਖ ਨੂੰ, ਗੁਰਸਿੱਖ ਮਾਈ ਭਾਈ ਨੂੰ ਇਹੀ ਚਾਹੀਦਾ ਹੈ, ਜੇ ਉਹ ਚਾਹੁੰਦੇ ਨੇ ਲੋਕ ਪਰਲੋਕ ਮੁਖ ਉਜਲਾ ਕਰਨਾ, ਤਾਂ ਫਿਰ ਇਹਨਾਂ ਬਾਣੀਆਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਜੋ ਪੰਜ ਗ੍ਰੰਥੀ ਬਾਬਾ ਦੀਪ ਸਿੰਘ ਜੀ ਨੇ ਲਿਖੀ, ਭਾਈ ਮਨੀ ਸਿੰਘ ਹੋਣਾ ਨੇ ਜੋ ਪਾਠ ਉਚਾਰਨ ਕੀਤੇ, ਉਹਨਾਂ ਵਿੱਚ ਪ੍ਰਾਰੰਭ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖ ਕੇ। ਇੱਕ ਜੋ ਪਰਮੇਸ਼ਰ ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੈ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸ਼ਲੋਕ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮ ਨਾ ਹੋਏ। ਹੁਣ ਸਤਿਗੁਰਾਂ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਰੇ ਰੋਗਾਂ ਦੀ ਨਿਵਰਤੀ ਦਾ ਦਾਰੂ ਕਿਹੜਾ ਹੈ, ਕਿਰਪਾ ਕਰਕੇ ਦਾਰੂ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਗੁਰਸਿੱਖਾਂ ਨੂੰ ਦਾਰੂ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਹੈ, ਭਾਈ ਗੁਰਸਿੱਖੋ, ਸੰਸਾਰ ਦੇ ਵਿੱਚ ਜਿਤਨੇ ਵੀ ਵਿਸ਼ਿਆਂ ਦੇ ਸੁੱਖ ਨੇ, ਇੱਕ ਤਾਂ ਇਹ ਵੱਡਾ ਰੋਗ ਪੈਦਾ ਹੋ ਰਿਹਾ ਸਾਰੇ ਸੰਸਾਰ ਨੂੰ। ਫਿਰ ਉਸ ਦੀ ਨਿਵਰਤੀ ਵਾਸਤੇ ਜੋ ਜਪ ਤਪ ਦਾ ਦੁੱਖ ਸਹਾਰਨਾ ਹੈ, ਇਹ ਵੀ ਇੱਕ ਦਾਰੂ ਬਣ ਰਿਹਾ। ਜਾਂ ਫਿਰ ਜਿਹੜੇ ਵਿਸ਼ੇ ਸੁੱਖ ਵਿੱਚ ਮਨ ਲੱਗਾ ਹੋਵੇ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਦੀ ਤਾਮ ਇੱਛਾ ਪੈਦਾ ਹੀ ਨਹੀਂ ਹੁੰਦੀ। ਤਾਂ ਇਸ ਪ੍ਰਕਾਰ ਜੇ ਹੁਣ ਪ੍ਰਮਾਤਮਾ ਵੱਲ ਲੱਗੀਏ ਤਾਂ ਵਿਸ਼ਿਆਂ ਦੀ ਇੱਛਾ ਪੈਦਾ ਨਹੀਂ ਹੁੰਦੀ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੁਣ ਜੇ ਸੰਸਾਰੀ ਸੁੱਖ 'ਚ ਮਨ ਲੱਗਿਆ ਹੋਇਆ ਤਾਂ ਪਰਮੇਸ਼ਰ ਦੀ ਪ੍ਰਾਪਤੀ ਦੀ ਫਿਰ ਇੱਛਾ ਕਿੱਥੋਂ ਪੈਦਾ ਹੋਵੇ ਮਨ ਦੇ ਵਿੱਚ, ਕਿਉਂਕਿ ਦਿਨ ਰਾਤ ਤਾਂ ਵਿਸ਼ਿਆਂ ਵਿੱਚ ਗਲਤਾਨ ਹੋਇਆ ਬੈਠਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ, ਦੁੱਖ ਦਾਰੂ ਸੁਖ ਰੋਗ ਭਇਆ। ਹੁਣ ਜਿੰਨਾ ਵੀ ਸਾਨੂੰ ਦੁੱਖ ਮਹਿਸੂਸ ਹੁੰਦਾ, ਜ਼ਰੂਰ ਸਵੇਰੇ ਉੱਠਣਾ, ਨੀਂਦ ਦਾ ਤਿਆਗ ਕਰਨਾ, ਠੰਡਾ ਪਾਣੀ ਪਾਉਣਾ, ਬੈਠਣਾ, ਸਰੀਰ ਨੂੰ ਥੋੜਾ ਬਹੁਤ ਇਹ ਕਸ਼ਟ ਹੈ, ਤਪ ਹੈ ਸਾਡਾ। ਪਰ ਮਹਾਰਾਜ ਕਹਿੰਦੇ ਨੇ ਇਹੀ ਦਾਰੂ ਬਣ ਗਿਆ, ਜਿਹਨੂੰ ਅਸੀਂ ਦੁੱਖ ਰੂਪ ਕਰਕੇ ਮਹਿਸੂਸ ਕਰਦੇ ਹਾਂ। ਹੁਣ ਬੈਠਣਾ ਪਵੇਗਾ, ਹੁਣ ਸਾਨੂੰ ਅੰਮ੍ਰਿਤ ਛਕ ਕੇ ਫਿਰ ਸਭ ਚੀਜ਼ਾਂ ਛੱਡਣੀਆਂ ਪੈਣਗੀਆਂ। ਇਹ ਵੀ ਇੱਕ ਤਪ ਹੈ। ਸਾਨੂੰ ਪੁਰਾਣੇ ਜੋਗੀ ਲੋਕ ਤਪ ਕਰਦੇ, ਹੁਣ ਵੀ ਸਾਨੂੰ ਲੋਕ ਕਹਿੰਦੇ ਨੇ ਕਿ ਤੁਸੀਂ ਤਾਂ ਘਾਹ ਫੂਸ ਆਦਿਕ ਖਾਣ ਵਾਲੇ ਹੋ।
ਤੁਹਾਨੂੰ ਕੀ ਪਤਾ ਹੈ ਸੰਸਾਰ ਦੇ ਸਵਾਦਾਂ ਦਾ। ਪੁਰਾਣੇ ਰਿਸ਼ੀ ਮੁਨੀ ਜਿਤਨੇ ਜੰਗਲਾਂ 'ਚ ਬੈਠ ਕੇ ਭਗਤੀ ਕਰਦੇ ਸਨ, ਉਹ ਘਾਹ ਪੱਤੇ ਆਦਿਕ ਖਾ ਕੇ ਗੁਜ਼ਾਰਾ ਕਰਦੇ ਸੀ। ਸਾਨੂੰ ਤਾਂ ਫਿਰ 99 ਤਰ੍ਹਾਂ ਦੀਆਂ ਇਹ ਚੀਜ਼ਾਂ ਮਿਲਦੀਆਂ, ਕੀ ਹੋ ਗਿਆ ਜੇ ਅਸੀਂ ਇੱਕ ਚੀਜ਼ ਨਹੀਂ ਖਾਂਦੇ। ਪੁਰਾਣੇ ਰਿਸ਼ੀ ਮੁਨੀ ਜੰਗਲਾਂ ਵਿੱਚ ਜਿਨ੍ਹਾਂ ਨੂੰ ਸਿਰਫ ਇਹੀ ਪਦਾਰਥ ਮਿਲਦੇ ਛੋਟੇ ਮੋਟੇ, ਕਦੇ ਰੋਟੀ ਮਿਲ ਜਾਂਦੀ ਕਦੇ ਨਾ ਮਿਲਦੀ, ਉਹਨਾਂ ਨੇ ਤਪੱਸਿਆ ਕੀਤੀ, ਭਗਤੀ ਕੀਤੀ, ਤਾਂ ਸਾਨੂੰ ਇਹਦੇ 'ਚ ਹੁਣ ਕਾਹਦਾ ਦੁੱਖ ਹੈ? ਕਿਉਂਕਿ ਇਹੀ ਦੁੱਖ ਨੇ ਦਾਰੂ ਵਿੱਚ ਬਦਲ ਜਾਣਾ, ਤੇ ਜਿਹੜਾ ਤੁਸੀਂ ਸੁੱਖ ਲੈ ਰਹੇ ਹੋ ਇਹ ਤੁਹਾਡੇ ਸੁੱਖ ਨੇ ਹੀ ਦੁੱਖ ਰੂਪ ਦੇ ਵਿੱਚ ਤਬਦੀਲ ਹੋ ਜਾਣਾ ਹੈ। ਸੁੱਖ ਨੇ ਰੋਗ ਬਣ ਜਾਣਾ ਹੈ। ਤੁਸੀਂ ਹੁਣ ਤਾਂ ਲੈ ਰਹੇ ਹੋ ਸੁੱਖ, ਬੜੇ ਖੁਸ਼ ਹੁੰਦੇ ਹੋ ਕਿ ਅਸੀਂ ਸੰਸਾਰ ਦੇ ਰਸਦਾਇਕ ਪਦਾਰਥਾਂ ਨੂੰ ਖਾ ਰਹੇ ਹਾਂ, ਪਰ ਤੁਸੀਂ ਬਾਲਕਾਂ ਦੀ ਨਿਆਈ ਸਮਝਦੇ ਨਹੀਂ। ਜਿਵੇਂ ਬੱਚੇ ਬਹੁਤ ਸਾਰੀਆਂ ਸਕੂਲਾਂ 'ਚ ਇੱਧਰ ਉੱਧਰ ਦੁਕਾਨਾਂ ਤੋਂ ਲੈ ਗਲਤ ਚੀਜ਼ਾਂ ਖਾਈ ਜਾਂਦੇ ਨੇ, ਫਿਰ ਉਹਨਾਂ ਨੂੰ ਫੋੜੇ ਫਿੰਸੀਆਂ ਨਿਕਲਦੇ ਨੇ, ਮਿਹਦੇ ਖਰਾਬ ਹੋ ਜਾਂਦੇ ਨੇ, ਬਹੁਤ ਸਾਰੇ ਬੱਚਿਆਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਹੁਣ ਸਤਿਗੁਰੂ ਰੋਕਦੇ ਨੇ, ਪਰ ਅਸੀਂ ਰੁਕਦੇ ਨਹੀਂ। ਗਲਤ ਭੋਜਨਾਂ ਤੋਂ, ਗਲਤ ਖਾਣਿਆਂ ਤੋਂ ਉਹਨਾਂ ਨੇ ਹੀ ਸਾਨੂੰ ਫਿਰ ਦੁੱਖ ਰੂਪ ਹੋ ਕੇ ਚਿੰਬੜ ਜਾਣਾ। ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਚੱਲੀਆਂ ਨੇ ਇਸੇ ਕਰਕੇ ਚੱਲੀਆਂ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਈ ਜਿਹੜਾ ਇਹ ਵਿਸ਼ੇ ਸੁੱਖ ਹੈ ਇਹਦੀ ਤਾਮ ਨਾ ਕਰੋ, ਇਹਦੀ ਇੱਛਾ ਨਾ ਕਰੋ ਕਿ ਸਾਨੂੰ ਵਿਸ਼ਿਆਂ ਦਾ ਸੁੱਖ ਪ੍ਰਾਪਤ ਹੋਵੇ, ਸਾਨੂੰ ਤਰਕਾਰੀਆਂ ਦੇ ਸੁੱਖ ਮਿਲਣ, ਸਾਨੂੰ ਫਲਾਨਾ ਸੁੱਖ ਮਿਲੇ। ਇਹਨਾਂ ਸੁੱਖਾਂ ਨਾਲ ਤੁਹਾਨੂੰ ਕੁਝ ਨਹੀਂ ਮਿਲਣਾ, ਕੁਝ ਮਿਲਣਾ ਵੀ ਨਹੀਂ। ਤੂੰ ਕਰਤਾ ਕਰਨਾ ਮੈਂ ਨਾਹੀ। हे ਕਰਤਾ ਪੁਰਖ ਵਾਹਿਗੁਰੂ ਜੀ, ਤੁਸੀਂ ਆਪ ਹੀ ਕਰਨਾ ਮੈਂ, ਕਿਰਪਾ ਸਰੂਪ ਹੋ। ਇਹ ਜਿਵੇਂ ਜਾਪ ਸਾਹਿਬ ਵਿੱਚ ਆਉਂਦੇ ਨੇ ਪਾਠ ਕਰੁਣਾਲਿਆ ਹੈ, ਕਰੁਣਾਕਰ ਹੈ, ਇਸੇ ਤਰ੍ਹਾਂ ਹੀ ਇਹ ਪਾਠ ਕਰੁਣਾ ਮੈਂ ਇਕੱਠਾ ਹੀ ਕਰਨਾ ਹੈ। ਕਰਨਾ ਤੇ ਮੈਂ ਅੱਡ ਅੱਡ ਨਹੀਂ ਕਰਨਾ। ਤੂੰ ਕਰਤਾ ਕਰਨਾ ਮੈਂ, ਅਸਲ ਵਿੱਚ ਇਹ ਸ਼ੁੱਧ ਪਾਠ ਜੇ ਦੇਖੀਏ ਤਾਂ ਇਹ ਬਣ ਜਾਵੇਗਾ ਕਰੁਣਾ ਮਾਇਆ, ਮੰਮਾ ਤੇ ਯਈਆ, ਕਰੁਣਾ ਮਾਇਆ। ਜਿਵੇਂ ਆਉਂਦਾ ਗਗਨ ਮਾਇਆ ਥਾਲ, ਉੱਥੇ ਵੀ ਮੈਂ ਨਹੀਂ ਕਹਿਣਾ, ਗਗਨ ਮਾਇਆ ਮੈਂ ਨਾਮ ਸਰੂਪ ਦਾ ਹੁੰਦਾ, ਮੰਮਾ ਤੇ ਯਈਏ ਦਾ। ਤੂੰ ਕਰਤਾ ਕਰਨਾ ਮੈਂ, ਆਪ ਕਿਰਪਾ ਦੇ ਸਰੂਪ ਹੋ ਜੀ। ਜਾਹੋ ਕਰੀ ਨਾ ਹੋਈ, ਤੇ ਮੈਂ ਕੁਛ ਨਹੀਂ ਕਰ ਸਕਦਾ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਜੇ ਕਰਕੇ ਮੈਂ ਕਰਨ ਦਾ ਕੁਝ ਉਦਮ ਵੀ ਕਰਾਂ ਤਾਂ ਵੀ ਕੁਝ ਆਪਣੇ ਆਪ ਨਹੀਂ ਮੇਰੇ ਪਾਸੋਂ ਹੋ ਸਕਦਾ। ਬਲਿਹਾਰੀ ਕੁਦਰਤ ਵਸਿਆ। ਇਹ ਵਾਹਿਗੁਰੂ ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ, ਕਿਉਂਕਿ ਤੁਸੀਂ ਆਪਣੀ ਕੁਦਰਤ ਵਿੱਚ ਵਸ ਰਹੇ ਹੋ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬਾਕਾਰ। ਜਿਸ ਪ੍ਰਕਾਰ ਕਿਸੇ ਜ਼ਿਮੀਂਦਾਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ, ਕੁਦਰਤ ਦਿਖਾਓ ਕੀ ਹੁੰਦੀ। ਮਹਾਰਾਜ ਕਹਿਣ ਲੱਗੇ, ਕਣਕ ਦਾ ਬੂਟਾ ਸਾਹਮਣੇ ਖੜਾ, ਲਿਆ ਪੱਟ ਕੇ। ਜਦੋਂ ਬੂਟਾ ਪੱਟਿਆ ਕਣਕ ਦਾ ਤਾਂ ਉਹਦੇ ਥੱਲੇ ਅੱਗ ਬਲ ਰਹੀ। ਅੱਗ ਬਲਦੀ ਹੋਈ ਦੇਖ ਕੇ ਡਰ ਗਿਆ ਤੇ ਬੂਟਾ ਲੈ ਕੇ ਜਦੋਂ ਉੱਥੇ ਹੀ ਰੱਖ ਦਿੱਤਾ। ਫਿਰ ਮਹਾਰਾਜ ਕੋਲ ਆਇਆ, ਮਹਾਰਾਜ ਜੀ ਬੂਟੇ ਥੱਲੇ ਤਾਂ ਅੱਗ ਬਲ ਰਹੀ ਹੈ। ਮਹਾਰਾਜ ਕਹਿੰਦੇ ਇਸੇ ਦਾ ਨਾਮ ਹੈ ਕੁਦਰਤ। ਵੇਖੋ ਕੁਦਰਤ ਹੈ, ਸਾਡੇ ਪੇਟ ਵਿੱਚ ਅਗਨੀ ਹੈ, ਜਠਰਾਗਨ ਪਰ ਸੜਦੇ ਨਹੀਂ। ਦਰਖਤਾਂ ਵਿੱਚ ਸਮਾਨ ਅਗਨੀ ਹੈ। ਹਰ ਇੱਕ ਚੀਜ਼ ਕਿੱਥੇ ਰੱਖੀ ਹੋਈ ਹੈ? ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਸਾਰੀਆਂ ਚੀਜ਼ਾਂ ਵਾਹਿਗੁਰੂ ਨੇ ਭੈ ਦੇ ਵਿੱਚ ਬੰਨੀਆਂ ਹੋਈਆਂ ਨੇ। ਕੋਈ ਚੀਜ਼ ਹਿੱਲ ਨਹੀਂ ਸਕਦੀ ਆਪਣੇ ਥਾਂ ਤੋਂ। ਦਰਿਆ ਹੋਏ, ਸਮੁੰਦਰ ਹੈ, ਇਹ ਪਾਣੀ ਵੀ ਉਹਦੇ ਹੁਕਮ 'ਚ ਬੰਨਿਆ ਹੋਇਆ, ਅੱਗ ਵੀ ਹੁਕਮ ਵਿੱਚ ਬੰਨੀ ਹੋਈ ਹੈ, ਧਰਤੀ ਉਹਦੇ ਹੁਕਮ 'ਚ ਹੈ, ਆਕਾਸ਼ ਦੇ ਤਾਰੇ ਵੀ ਉਹਦੇ ਹੁਕਮ 'ਚ ਨੇ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਕਿੱਥੇ ਵਸਿਆ ਹੋਇਆ ਦੇਖ ਸਕਦੇ ਹੋ? ਕੁਦਰਤ ਦੇ ਵਿੱਚ ਦੇਖ ਸਕਦੇ ਹੋ। ਵੈਸੇ ਤਾਂ ਨਹੀਂ ਦਿਖਦਾ ਪਰਮੇਸ਼ਰ, ਕਰੰਟ ਦੀਆਂ ਤਾਰਾਂ ਵਿੱਚ ਕਰੰਟ ਜਿਵੇਂ ਨਹੀਂ ਦਿਖਦਾ, ਪਰ ਦਿਖ ਜਾਂਦਾ ਹੈ ਤਦੋਂ ਜਦੋਂ ਬੱਲਬ ਨਾਲ ਜੋੜ ਦਈਏ, ਬੱਲਬ ਜਗਦਾ ਦਿਖਦਾ ਹੈ। ਲਾਈਟ ਆ ਰਹੀ ਜਾਂ ਨਹੀਂ ਆ ਰਹੀ ਇਹ ਆਪਾਂ ਬੱਲਬ ਲਾ ਕੇ ਦੇਖਦੇ ਹਾਂ, ਜਾਂ ਪੱਖਾ ਚਲਾ ਕੇ ਦੇਖ ਸਕਦੇ ਹਾਂ।
ਜੇ ਤਾਰਾਂ ਵਿੱਚ ਵੈਸੇ ਦੇਖਣਾ ਚਾਹੀਏ ਲਾਈਟ ਆ ਰਹੀ ਜਾਂ ਨਹੀਂ ਆ ਰਹੀ, ਤਾਰਾਂ ਨੂੰ ਹੱਥ ਲਾ ਕੇ ਨਹੀਂ ਦੇਖ ਸਕਦੇ। ਵਾਹਿਗੁਰੂ ਦੀ ਜੋਤ ਇਸੇ ਤਰ੍ਹਾਂ ਹੀ ਸਰਬ ਵਿਆਪਕ ਹੈ। ਇਹ ਸਾਰੇ ਜਿੰਨੇ ਜੀਵ ਨੇ 84 ਲੱਖ ਜੂਨ ਹੈ, ਇਹ ਉਹਦੇ ਬੱਲਬ ਨੇ। ਇਹ ਮਨੁੱਖ ਦਾ 1000 ਵਾਟ ਦਾ ਬੱਲਬ ਹੈ, ਉਦੋਂ ਛੋਟਿਆਂ ਦਾ ਕੋਈ 500 ਵਾਟ ਦਾ, ਨਿੱਕੀਆਂ ਨਿੱਕੀਆਂ ਕੀੜੀਆਂ ਨੇ, ਛੋਟੇ ਬੱਲਬ ਹੋ ਗਏ। ਇਹ ਉਹਦੀ ਇੱਕ ਪ੍ਰਤੀਤੀ ਹੁੰਦੀ ਇਹਨਾਂ ਮਨੁੱਖਾਂ ਰਾਹੀਂ ਕਿ ਆਹ ਦੇਖੋ ਵਾਹਿਗੁਰੂ ਆਪਣੀ ਸੱਤਾ ਦੇ ਕੇ ਇਹਨਾਂ ਨੂੰ ਤੋਰੀ ਫਿਰਦਾ ਹੈ, ਇਹ ਮਿੱਟੀ ਦੇ ਪੁਤਲਿਆਂ ਨੂੰ। ਔਰ ਫਿਰ ਉਹਦੀ ਸੱਤਾ ਸਾਰੇ ਕਿਤੇ ਵਿਆਪਕ ਹੈ। ਉਹਦੀ ਸੱਤਾ ਦੇ ਵਿੱਚ ਅਸੀਂ ਤੁਰੇ ਫਿਰ ਰਹੇ ਹਾਂ ਔਰ ਹਰ ਵਕਤ ਸਾਡੇ ਨਾਲ ਹਾਜ਼ਰ ਨਾਜ਼ਰ ਹੈ। ਜਿਸ ਤਰ੍ਹਾਂ ਇਲੈਕਟ੍ਰਿਕ ਟ੍ਰੇਨ ਜਿਹੜੀ ਚੱਲਦੀ ਹੈ, ਉਹਦੇ ਨਾਲ ਨਾਲ ਬਿਜਲੀ ਦਾ ਇੰਤਜ਼ਾਮ ਹੈ। ਉਤਲੇ ਪਾਸੇ ਉਹਦੇ ਐਸਾ ਸਿਸਟਮ ਬਣਾ ਦਿੱਤਾ ਕਿ ਉਹਦੇ ਨਾਲ ਆਪਣੇ ਆਪ ਹੀ ਟ੍ਰੇਨ ਚਲੀ ਜਾ ਰਹੀ, ਕਿਉਂਕਿ ਉਹਨੂੰ ਬਿਜਲੀ ਮਿਲ ਰਹੀ। ਜੇ ਕਿਤੇ ਲਾਈਟ ਚਲੀ ਜਾਵੇ, ਟ੍ਰੇਨ ਉੱਥੇ ਹੀ ਖੜ੍ਹ ਜਾਂਦੀ। ਉਸ ਲਾਈਟ ਨੂੰ ਉਹਨਾਂ ਨੇ ਸਰਬ ਵਿਆਪਕ ਬਣਾਉਣ ਦਾ ਯਤਨ ਕੀਤਾ ਕਿ ਹਰ ਥਾਂ ਲਾਈਟ ਹੋਵੇ, ਪਰ ਉਹ ਤਾਂ ਚਲੀ ਜਾਂਦੀ। ਵਾਹਿਗੁਰੂ ਦੀ ਸੱਤਾ ਜਾਂਦੀ ਨਹੀਂ। ਵਾਹਿਗੁਰੂ ਤਾਂ ਹੁਣ ਵੀ ਕਰੰਟ ਰੂਪ ਵਿੱਚ ਸਾਡੇ 'ਚ ਵਿਆਪਕ ਹੈ। ਉਹਨੂੰ ਅਸੀਂ ਚੇਤਨ ਸੱਤਾ ਕਹਿ ਦਿੰਦੇ। ਤੇਰਾ ਅੰਤ ਨਾ ਜਾਈ ਲਖਿਆ ਰਹਾ। ਇਹ ਮਹਾਰਾਜ ਜੀ, ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ, ਤੁਹਾਡਾ ਅੰਤ ਨਹੀਂ ਪਾਇਆ ਜਾਂਦਾ। ਗਿਣਤੀ ਕਰਕੇ, ਮਿਣਤੀ ਕਰਕੇ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੇ ਅੰਤ ਨਾ ਕਿਨਹੀ ਲਹੀ ਹੈ। ਤੁਹਾਡਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਕਿੱਡੇ ਕੁ ਵੱਡੇ ਹੋ ਤੁਸੀਂ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਇਹ ਜੋਤੀ ਰੂਪ ਵਾਹਿਗੁਰੂ ਜੀ ਆਪ ਜਾਤ ਦਾ ਮਤਲਬ ਹੈ ਸ੍ਰਿਸ਼ਟੀ। ਸ੍ਰਿਸ਼ਟੀ ਵਿੱਚ ਤੈਨੂੰ ਤੇ ਇਹ ਜੋਤੀ ਵਾਹਿਗੁਰੂ ਤੇਰੇ ਵਿੱਚ ਸ੍ਰਿਸ਼ਟੀ ਨੂੰ ਤਾਣੇ ਪੇਟੇ ਵਾਂਗੂ ਜਾਣਾ ਕੀਤਾ ਹੈ। ਅਸੀਂ ਤਾਂ ਇਉਂ ਜਾਣਿਆ ਕਿ ਆ ਸ੍ਰਿਸ਼ਟੀ ਦੇ ਵਿੱਚ ਤੁਸੀਂ ਹੀ ਵਸ ਰਹੇ ਹੋ। ਦੂਜਾ ਤਾਂ ਕੋਈ ਇੱਥੇ ਨਜ਼ਰ ਨਹੀਂ ਆਉਂਦਾ ਸਾਨੂੰ ਕਿ ਪ੍ਰਮਾਤਮਾ ਤੋਂ ਬਿਨਾਂ ਕੋਈ ਚੀਜ਼ ਆਪਣੇ ਆਪ ਹੋਰ ਕਿਰਿਆ ਕਰ ਸਕਦੀ ਹੋਵੇ। ਔਰ ਫਿਰ ਅਕਲ, ਕਲਪਨਾ ਤੋਂ ਰਹਿਤ ਹੋ ਆਪ। ਅਕਲ, ਅਕਲ ਆਪਾਂ ਕਹਿ ਦਿੰਦੇ ਹਾਂ, ਅਸਲ ਵਿੱਚ ਇਹ ਅਕਲ ਬਣਦਾ। ਥੋੜਾ ਜਿਹਾ ਅਕਲ ਕਰਕੇ ਬੋਲਣਾ। ਅਕਲ ਕਲਾ ਭਰਪੂਰ ਰਹਿਆ। ਅਕਲ ਤੋਂ ਭਾਵ ਕਲਪਨਾ ਤੋਂ ਰਹਿਤ ਹੈ ਤੇ ਆਪਣੀ ਕਲਾ ਸ਼ਕਤੀ ਦੁਆਰਾ ਸਾਰੇ ਕਿਤੇ ਆਪ ਵਿਆਪਕ ਹੋ ਰਹੇ ਹੋ। ਅਥਵਾ ਕਹਿੰਦੇ ਨੇ ਜਾਤ ਨਾਮ ਬੁੱਧੀ ਦਾ ਹੈ। ਜਾਤ ਮਹਿ ਜੋਤ, ਬੁੱਧੀ ਦੇ ਵਿੱਚ ਜੋਤ ਹੈ। ਇਹ ਜੋਤ ਮਹਿ ਜਾਤਾ, ਉਸ ਜੋਤ ਵਿੱਚ ਜਾਣਿਆ। ਬੁੱਧੀ ਵਿੱਚ ਜੋਤ ਕਿਹੜੀ ਆ ਗਈ? ਆਤਮਾ। ਆਤਮਾ ਦਾ ਅਕਸ ਜਿਹੜਾ ਪੈ ਰਿਹਾ, ਇਸ ਕਰਕੇ ਸ੍ਰਿਸ਼ਟੀ ਹੋ ਗਈ ਇੱਕ। ਤਾਂ ਸ੍ਰਿਸ਼ਟੀ ਵਿੱਚ ਵੀ ਇਹ ਵਾਹਿਗੁਰੂ ਤੁਸੀਂ ਵਿਆਪਕ ਹੋ ਔਰ ਫਿਰ ਸਾਰੀਆਂ ਬੁੱਧੀਆਂ ਦੇ ਵਿੱਚ ਆਪ ਬੈਠੇ ਹੋ, ਆਤਮਾ ਰੂਪ ਹੋ ਕੇ ਪ੍ਰਕਾਸ਼ ਕਰ ਰਹੇ ਹੋ। ਉਹਦੇ ਵਿੱਚ ਤੁਹਾਨੂੰ ਜਾਣਿਆ ਹੈ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। हे ਮਹਾਰਾਜ, ਤੁਸੀਂ ਆਪ ਸੱਚੇ ਸਾਹਿਬ ਹੋ ਅਤੇ ਤੁਹਾਡੀ ਜਿਹੜੀ ਸਿਫਤ ਹੈ ਉਹ ਸਵਾਲਿਓ, ਸਲਾਹੁਣੇ ਯੋਗ ਹੈ। ਕੇਤਾ ਤਾਣ ਸਵਾਲਿਓ ਰੂਪ, ਉੱਥੇ ਸਵਾਲਿਓ ਨਾਮ ਸੁੰਦਰਤਾ ਦਾ ਹੈ। ਆਪ ਜੀ ਦੀ ਸਿਫਤ ਜਿਹੜੀ ਸਲਾਹੁਣੇ ਯੋਗ ਹੈ, ਆਪ ਅਤੀ ਸੁੰਦਰ ਹੋ। ਫਿਰ ਜਿਸ ਨੇ ਵੀ ਆਪ ਦੀ ਸਿਫਤ ਕੀਤੀ ਉਹ ਸੰਸਾਰ ਸਾਗਰ ਚੋਂ ਪਾਰ ਪੈ ਗਿਆ, ਉਹਦੇ ਉੱਤੇ ਕਿਰਪਾ ਹੋ ਗਈ। ਆਪ ਜੀ ਦੀ ਸਿਫਤ ਜਿਹਨੇ ਜਿਹਨੇ ਵੀ ਕੀਤੀ ਹੈ, ਉਸੇ ਉੱਤੇ ਆਪ ਨੇ ਕਿਰਪਾ ਕਰਕੇ ਸੰਸਾਰ ਸਾਗਰ ਚੋਂ ਕੱਢ ਲੈਣਾ ਕੀਤਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਰਤੇ ਪੁਰਖ ਦੀਆਂ ਜੋ ਗੱਲਾਂ ਨੇ ਉਹਨਾਂ ਨੂੰ ਕਰਤਾ ਆਪ ਹੀ ਜਾਣਦਾ ਹੈ ਅਤੇ ਜੋ ਕੁਛ ਉਸ ਕਰਤੇ ਨੇ ਕਰਨਾ ਹੈ ਉਸ ਗੱਲ ਨੂੰ ਵੀ ਉਹ ਆਪ ਹੀ ਕਰ ਰਿਹਾ। ਜੋ ਕੁਛ ਕਰਨਾ ਸੋ ਕਰ ਰਿਹਾ। ਉਹ 'ਚ ਆਪਾਂ ਨੂੰ ਕਹਿਣ ਦੀ ਕੀ ਲੋੜ ਹੈ ਕਿ ਹੁਣ ਤੁਸੀਂ ਆਹ ਨਾ ਕਰੋ ਜਾਂ ਆਹ ਕਰੋ। ਉਹਨੇ ਤਾਂ ਜੋ ਕਰਨਾ ਨਾ ਉਹ ਕਰ ਹੀ ਦੇਣਾ ਹੈ। ਜੋ ਕਰਨਾ ਉਹ ਕਰ ਹੀ ਰਿਹਾ। ਤੁਹਾਡੇ ਕਿਹਾ ਨਾ ਉਹਨੇ ਬਦਲਣਾ ਹੈ, ਨਾ ਉਹ ਕਿਸੇ ਦੀ ਸਲਾਹ ਲੈਂਦਾ ਹੈ। ਇਸ ਕਰਕੇ ਜੋ ਵਾਹਿਗੁਰੂ ਕਰਦਾ ਹੈ ਉਸ ਨੂੰ ਹੀ ਸਿਰ ਮੱਥੇ ਉੱਤੇ ਮੰਨ ਕੇ ਪਰਮੇਸ਼ਰ ਦੇ ਭਾਣੇ ਵਿੱਚ ਆ ਜਾਓ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਸੋ ਇਹ ਰਹਿ ਰਾਸ ਵਾਲਾ ਸੋਦਰ ਹੈ। ਹੁਣ ਇੱਕ ਤਾਂ ਜਪਜੀ ਸਾਹਿਬ ਦੇ ਵਿੱਚ ਆ ਚੁੱਕਿਆ, ਦੂਸਰਾ ਹੁਣ ਰਹਿ ਰਾਸ ਵਿੱਚ ਸ਼ਰਵਣ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਹੀ ਪ੍ਰਾਰੰਭ ਹੁੰਦਾ ਹੈ 9 ਅੰਗ ਦੇ ਉੱਤੇ, 8 ਅੰਗ ਦੇ ਥੱਲੇ ਵਾਲੇ ਪਾਸੇ ਜਿੱਥੇ ਸ਼ਲੋਕ ਦੀ ਸਮਾਪਤੀ। ਤੋ ਸੋਦਰ, ਸੋ ਉਹ ਜੋ ਦਰ ਹੈ ਪਰਮੇਸ਼ਰ ਦਾ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ।
ये साडा बीज मंत्र है। तो रहरास साहब सोदर दी उथानका संप्रदायी महापुरुषों पासों जिस प्रकार सुनी है, तो जिस समय गुरु नानक देव जी अकाल पुरख के सदे अनुसार सुल्तानपुर वेई नदी विच प्रवेश होके टुब्बी मार के सचखंड विच वाहिगुरु के दरबार च पहुंचे, तो परमेश्वर के सन्मुख उस्तति रूप ये सोदर गुरु साहब जी ने उच्चारण किया। सन्मुख है यह, क्योंकि ये सन्मुख वाले अखर वरते ने। सो दर तेरा कहा, ये सामने खड़ के कहा जाता है। जिवें सिद्धा ने पूछा सी सो दर कहा सो घर कहा, वो फिर पूछया उन्होंने। बेबे नानकी जी ने वचन किया, भराता जी जदों तुसीं गए उत्थे तो कैसा दर है, उत्थे फिर आसा राग के शुरू च आवेगा शब्द सो दर तेरा कहा सो घर कहा, उत्थे ऐसा वचन कहा। तो हुण पहले पातशाह गुरु नानक देव जी आसा राग दे विच सोदर नामे शब्द नूं उचारण करते हैं। सो पुरख चौथे पातशाह ने वचन किया, जिवें अकाल पुरख सो ओ जो वाहिगुरु, सो दर ओदा दर जिहड़ा सचखंड है वो कैसा है। सो सोदर की जिहड़ी चाल है वो छंद की चाल है। सो दर उस परमेश्वर के दरवाजे का जिस विच कथन किया होवे उहनूं कहंदे ने सो दर। जिस शब्द के दर अंदर उस परमेश्वर के जस का निरूपण होवे सो कहिए सो दर। वाहिगुरु ने गुरु नानक देव जी नूं वचन किया, साडा दरवाजा ते घर आप जी ने किहड़ा निश्चय किया है। तो सतगुरु महाराज अग्यों उत्तर रूप विच इस प्रकार फरमाउंदे ने, सो दर तेरा केहा सो घर केहा, जित बह सर्ब संभाले। ये वाहिगुरु वो दरवाजा तुहाडा किहड़ा है, किहड़ा दरवाजा कहना करिए, अते तुहाडा वो किहड़ा घर है जिथे बैठ के आप सारे जीवां की संभाल करते हो। सारे दरवाजे अते सारे घर आप जी दे ही हन। जिन्ने दुनिया च भी दरवाजे ने लोकां दे बनाए होए, ये किहड़ा लोकां दे ने, ये भी वाहिगुरु दे ने। जिन्ने दुनिया च घर ने ये भी वाहिगुरु दे ने। फिर जिन्ने शरीरां रूपी घर ने ये भी वाहिगुरु दे ने। कर आसन डिठो जाओ, हरमंदर इहो शरीर है। तुसी सारे घरां विच भी बैठे हो, शरीरां विच भी बैठे हो। इस करके इदम मिथ के मुताबिक कुछ भी नहीं कहा जा सकता, अंदाजे मुताबिक। फिर वाहिगुरु ने वचन किया कि सिखां नूं समझाउण वास्ते आप जी ने मेरा दरवाजा ते घर किहड़ा निश्चय किया होया। तां महाराज ने उत्तर दिता है, वाहिगुरु जी संसार रूप दरवाजा आप जी का कथन किया है। पिछे जपजी साहब विच भी सोदर दे अर्थ आ चुके हैं। यही वचन उत्थे कीते सी कि संसार रूप तां आप जी का दरवाजा है, अते बैकुंठ जो सचखंड है बैकुंठ रूप घर तुहाडा कथन किया है। सचखंड तां तुहाडा घर हो गया, अते जिहड़ा संसार है ये तुहाडा दर हो गया, दरवाजा हो गया। जिस बैकुंठ घर विच बैठ के आप सारे जीवां की संभाल करते हो। वाजे तेरे नाद अनेक असंख्या, केते तेरे वावनहारे। ये महाराज तेरे दरवाजे विच अनेक बेअंत ही नाद वाजे वज रहे ने, धुनात्मक वर्णात्मक शब्द हो रहे ने, धुनियां वज रही ने, कई प्रकार के साज बज रहे ने। जिवें राजियां दे दरवाजियां उत्ते छोटे छोटे नगारे बजते ने, शहनाइयां बजदियां ने, खुशी के समय ते शादियाने हुंदे ने। फिर जदों कदे माड़ा हो जाए कुछ, फिर राजियां दे दरवाजे उत्ते माड़ियां धुनां भी बजदियां ने, नगारे बजदे। पर थोड़े दर ते सदा ही खुशी के वाजे बजदे, थोड़े दर ते कदे गम के वाजे बजे नहीं। तुहाडे दर विच तां हमेशा खुशी के वाजे बजदे ने। असंख्या तो भाव असंख्यात, भाव प्रगट बेगिणत ही। तुहाडे दरबार दे विच उन्हां वाजियां दे वजाउण वाले भी कितने ने, केते तेरे वावण हारे, किन्ने को उन्हां नूं वजाउण वाले ने, वाजियां नूं वजाई चले जा रहे ने। वो काहदे लई वजाउंदे ने कि किते परमेश्वर की निगाह हो जाए साडे ते, किते वाहिगुरू साडे ते खुश हो जाए। वाजे वजाई तुरे जांदे ने। गुरसिख भी वाजे वजाउंदे ने उहदे दर ते शरधा भावना नाल, किते महाराज साडे ते खुश हो जाण। वाजे ढोलकियां छैणे वजा वजा के वाहिगुरू दा जस कर करके उहदी खुशी लैंदे ने। केते तेरे राग परी स्यों कही है, केते तेरे गावण हारे। ये महाराज तेरे दर विच किन्ने ही राग और परी स्यों रागणियां सहित कथन किए जाते हैं। राग हो गए, राग परी इन्हां दीयां इस्त्रियां,
ਸਿਓ ਇਹਨਾਂ ਦੇ ਪੁੱਤਰ, ਇਹ ਸਾਰੇ ਪੁੱਤਰਾਂ ਦੇ ਸਹਿਤ ਹੋ ਕਰਕੇ ਪਰੀਆਂ ਜਿਹੜੀਆਂ ਨੇ ਰਾਗਣੀਆਂ ਗਾਈਆਂ ਜਾਂਦੀਆਂ ਨੇ ਆਪਦੇ ਦਰ ਤੇ। ਜਿਸ ਪ੍ਰਕਾਰ ਮਹਾਰਾਜ ਨੇ ਬਚਨ ਆਨੰਦ ਸਾਹਿਬ ਵਿੱਚ ਵੀ ਇਹੀ ਕੀਤਾ ਸੀ ਕਿ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਉਹ ਸਾਰੇ ਜਾਣੇ ਤੁਹਾਡੇ ਦਰ ਦੇ ਉੱਤੇ ਆ ਕੇ 84 ਗਿਣਤੀ ਬਣਦੀ ਇਹਨਾਂ ਸਾਰਿਆਂ ਦੀ, 84 ਜਾਣੇ ਤੋਂ ਇੱਕ ਇੱਕ ਰਾਗ, 5-5 ਇਹਨਾਂ ਦੀਆਂ ਇਸਤਰੀਆਂ, 8-8 ਇਹਨਾਂ ਦੇ ਪੁੱਤਰ। ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ, 8 ਨੰਦਨ ਪ੍ਰਥਮ ਰਾਗ ਭੈਰੋਂ ਵੈ ਕਰਹੀ। ਇਹ ਪ੍ਰਥਮ ਪਹਿਲਾਂ ਭੈਰੋਂ ਰਾਗ ਤੋਂ ਪ੍ਰਾਰੰਭ ਕੀਤਾ ਹੈ। ਇਸ ਪ੍ਰਕਾਰ ਕਥਨ ਕਰ ਦਿੱਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। 6 ਰਾਗ, ਫਿਰ 5 ਪੁੱਤਰ, ਫਿਰ ਇਸ ਪ੍ਰਕਾਰ 8-8 ਇਸਤਰੀਆਂ ਅੱਗੇ ਚੱਲ ਕੇ 8-8 ਉਹਨਾਂ ਦੇ ਪੁੱਤਰ ਨੇ ਤੇ 5-5 ਇਸਤਰੀਆਂ ਕਥਨ ਕੀਤੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਇਹ ਸਾਰੇ ਹੀ ਤੁਹਾਡੇ ਤਾਂ ਹੀ ਗਾਉਂਦੇ ਨੇ। ਫਿਰ ਕਿੰਨੇ ਹੀ ਜਿਹੜੇ ਨੇ ਉਹ ਗਾਉਣ ਵਾਲੇ ਨੇ ਰਾਗਾਂ ਦੇ ਤਾਂ ਹੀ। ਰਾਗ ਤਾਂ ਕੇਵਲ ਇੱਕ ਲਿਖੀ ਹੋਈ ਲਿਖਤ ਹੈ ਨਾ, ਉਹਨੂੰ ਫਿਰ ਗਾਉਣ ਵਾਲੇ ਹਾ ਹੂ ਗੰਧਰਵ ਕਿੰਨਰ ਗੰਧਰਵ ਸਾਰੇ ਗਾਉਂਦੇ ਨੇ। ਫਿਰ ਤੁਹਾਡੇ ਦਰ ਦੇ ਵਿੱਚ ਕਿਤਨੇ ਹੀ ਰਾਗ ਤੋਂ ਭਾਵ ਹੈ ਪ੍ਰੇਮ, ਪ੍ਰੇਮ ਦੇ ਧਾਰਨ ਵਾਲੇ ਹੱਥ ਬੰਨ੍ਹ ਕੇ ਖੜੇ ਨੇ। ਕਿਤਨੇ ਹੀ ਪਰੀ ਤੋਂ ਭਾਵ ਹੈ ਕਰੁਣਾ ਮੈਤਰੀ ਮੁਦਤਾ ਪੇਖਿਆ ਧਾਰ ਕੇ ਗਾਉਂਦੇ ਨੇ। ਕਿਤਨੇ ਹੀ ਸਿਓ ਤੋਂ ਭਾਵ ਹੈ ਸਤ ਸੰਤੋਖ ਆਦਿਕ ਨੂੰ ਧਾਰ ਕੇ ਖੜੇ ਨੇ। ਕਿਤਨੇ ਹੀ ਤੇਰੇ ਦਰ ਦੇ ਉੱਤੇ ਜਸ ਨੂੰ ਗਾਉਣ ਵਾਲੇ ਖੜੇ ਨੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਜਪਜੀ ਸਾਹਿਬ ਪੜ੍ਹਦੇ ਆਪਾਂ ਗਾਵੈ ਤੋਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਇੱਥੇ ਫਰਕ ਪੈ ਗਿਆ ਗਾਵਨ ਤੁਧਨੋ ਪਵਨ, ਪਾਉਣ ਦੀ ਥਾਂ ਤੇ ਪਵਨ ਪਾਣੀ ਬੈ ਸੰਤਰ। हे ਵਾਹਿਗੁਰੂ ਪੌਣ ਪਾਣੀ ਬੈ ਸੰਤਰ ਅਗਨੀ ਦੇਵਤਾ ਇਹ ਸਭ ਆਪ ਜੀ ਨੂੰ ਗਾ ਰਹੇ ਨੇ। ਤੋ ਪਵਨ ਕੌਣ ਗਾਉਂਦਾ ਹੈ? ਜੋ ਰਜੋ ਗੁਣ, ਰਜੋਗੁਣੀ ਪੁਰਸ਼ ਗਾਉਂਦੇ ਨੇ। ਪਵਨ ਦਾ ਗੁਣ ਕਿਹੜਾ? ਰਜੋ ਗੁਣ। ਪਾਣੀ ਦਾ ਗੁਣ ਕਿਹੜਾ? ਸਤੋ ਗੁਣ। ਸਤੋ ਗੁਣੀ ਵੀ ਗਾਉਂਦੇ ਨੇ। ਵੈ ਸੰਤਰ ਕੌਣ ਨੇ? ਤਮੋ ਗੁਣੀ ਵੀ ਆਪ ਜੀ ਨੂੰ ਗਾਉਂਦੇ ਨੇ। ਤਿੰਨੇ ਗੁਣ ਤੇਰੇ ਜਸ ਨੂੰ ਗਾਉਂਦੇ ਨੇ। ਫਿਰ ਧਰਮ ਰਾਜਾ ਵੀ ਤੁਹਾਡੇ ਦਰ ਦੇ ਉੱਤੇ ਖੜ ਕੇ ਤੁਹਾਡੇ ਜਸ ਨੂੰ ਗਾ ਰਿਹਾ ਹੈ। ਧਰਮ ਰਾਜਾ, ਰਾਜਾ ਜਿਹੜਾ ਕਿਹੜੇ? ਧਰਮੀ ਰਾਜੇ। ਰਾਜੇ ਲੋਕ ਧਰਮ ਅਦਾਲਤਾਂ ਦੁਆਰੇ ਤੇਰੇ ਜਸ ਨੂੰ ਗਾਉਂਦੇ ਨੇ। ਮੰਨੂ ਤੇ ਪਿਰਥੂ ਧਰਮੀ ਰਾਜੇ ਹੋਏ ਨੇ, ਬੜੇ ਹੋਰ ਵੀ ਧਰਮੀ ਰਾਜੇ ਹੋਏ। ਇਹਨਾਂ ਵਿੱਚ ਮੰਨੂ ਤੇ ਪਿਰਥੂ ਦਾ ਨਾਂ ਹੀ ਵੱਡਾ ਆਉਂਦਾ। ਜਾਂ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਸੰਸਾਰ 'ਚ ਰਾਜਾ ਹੋਇਆ ਛੁੱਕ, ਜਿਸ ਦਾ ਨਾਮ ਸੀ, ਤੋ ਉਹਦਾ ਪੁੱਤਰ ਸੀ ਜਿਹੜਾ ਇਖਵਾਕ, ਜਿਹਨੇ ਹਰਿਮੰਦਰ ਸਾਹਿਬ ਵਾਲੇ ਥਾਂ ਤੇ ਜੱਗ ਕੀਤਾ ਸੀ। ਜਿੱਡਾ ਹਰਿਮੰਦਰ ਸਾਹਿਬ ਦਾ ਇਹ ਸਰੋਵਰ ਹੈ, ਇਤਨਾ ਵੱਡਾ ਹੀ ਕੁੰਡ ਬਣਾਇਆ ਸੀ। ਤੋ ਇਹਦੇ ਵਿੱਚ ਫਿਰ ਅਹੂਤੀਆਂ ਪਾ ਕੇ ਬੜਾ ਵੱਡਾ ਸੰਸਾਰ ਭਰ ਦਾ ਜੱਗ ਕੀਤਾ। ਉਹ ਇਖਵਾਕ ਵਰਗੇ ਰਾਜੇ ਵੀ ਆਪ ਜੀ ਨੂੰ ਗਾਉਂਦੇ ਨੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਚਿੱਤਰ ਜੋ ਸੱਜੇ ਮੋਢੇ ਉੱਤੇ ਬੈਠ ਜਾਂਦਾ ਸਾਡੇ ਆ ਕੇ, ਤੇ ਦਿਲ ਦੀ ਗੱਲ ਨੂੰ ਆ ਕੇ ਗੁਪਤ ਖੱਬੇ ਮੋਢੇ ਪਰ ਬੈਠ ਕੇ ਫਿਰ ਲਿਖਦੇ ਨੇ। ਚਿੱਤਰ ਤਾਂ ਦਿਨ ਦੀ ਗੱਲ ਲਿਖਦਾ ਹੈ ਸੱਜੇ ਮੋਢੇ ਤੇ ਬੈਠ ਕੇ, ਤੇ ਗੁਪਤ ਜਿਹੜਾ ਉਹ ਖੱਬੇ ਮੋਢੇ ਤੇ ਬੈਠ ਕੇ ਦਿਲ ਦੀਆਂ ਜਿਹੜੀਆਂ ਗੱਲਾਂ ਰਾਤ ਨੂੰ ਜੋ ਕਰਦੇ ਨੇ, ਕੋਈ ਵੀ ਸੋਚਦੇ ਨੇ, ਕੁਝ ਵੀ ਕਰਦਾ, ਉਹ ਰਾਤ ਦੀਆਂ ਗੱਲਾਂ ਲਿਖੀ ਜਾ ਰਹੇ। ਲਿਖ ਲਿਖ ਧਰਮ ਵਿਚਾਰੇ। ਫਿਰ ਜਿਨ੍ਹਾਂ ਦੇ ਲਿਖੇ ਹੋਏ ਲੇਖ ਨੂੰ ਧਰਮ ਰਾਜਾ ਵਿਚਾਰਦਾ, ਉਹ ਸਭ ਤੇਰੇ ਜਸ ਨੂੰ ਗਾਉਂਦੇ ਨੇ। ਚਿੱਤਰ ਗੁਪਤ ਵੀ ਆਪ ਜੀ ਦੇ ਜਸ ਨੂੰ ਗਾਉਂਦੇ ਹਨ ਬੜੇ ਪ੍ਰੇਮ ਨਾਲ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। हे ਵਾਹਿਗੁਰੂ ਜੀ, ਫਿਰ ਤੁਹਾਡੇ ਜਸ ਨੂੰ ਕੌਣ ਕੌਣ ਗਾਉਂਦਾ? ਈਸ਼ਰ ਸ਼ਿਵ, ਈਸ਼ਰ ਸ਼ਿਵ ਜੀ ਨੂੰ ਕਿਹਾ। ਬ੍ਰਹਮਾ ਆਪੋ ਆਪਣੀ ਦੇਵੀ ਤੋਂ ਭਾਵ ਸ਼ਕਤੀਆਂ ਦੇ ਸਮੇਤ ਗਾਉਂਦੇ ਨੇ। ਈਸ਼ਰ ਸ਼ਿਵ ਜੀ ਪਾਰਵਤੀ ਸਮੇਤ ਗਾਉਂਦਾ ਹੈ। ਬ੍ਰਹਮਾ ਸਰਸਤੀ ਸਮੇਤ ਗਾਉਂਦਾ ਹੈ। ਵਿਸ਼ਨੂੰ ਲక్ష్ਮੀ ਸਮੇਤ ਗਾ ਰਿਹਾ ਹੈ। ਸਾਰੇ ਤੁਹਾਡੇ ਦਰਵਾਜ਼ੇ ਦੇ ਉੱਤੇ ਖੜ ਕੇ ਜੋ 96 ਕਰੋੜ ਜੋ ਦੇਵੀਆਂ ਨੇ, ਔਰ ਇਹ ਸਭ ਤੇਰੇ ਜਸ ਨੂੰ ਗਾਉਂਦੀਆਂ। ਅਥਵਾ 9 ਕਰੋੜ ਦੁਰਗਾ ਕਥਨ ਕੀਤੀ। ਇਹ ਸਭ ਤੇਰੇ ਸਦਾ ਸਵਾਰੇ ਬਣਾਏ ਹੋਏ ਸੋਭਨੀਕ ਹੋ ਕੇ, ਸਵਾਰੇ ਤੋਂ ਭਾਵ ਸਵੇਰੇ ਉੱਠ ਕੇ ਆਪੋ ਆਪਣੇ ਬਾਲਕੇ ਬਾਲਕੀਆਂ ਸਮੇਤ ਬੱਚਿਆਂ ਸਮੇਤ, ਸੋਹਣ ਤੋਂ ਭਾਵ ਸੋਭਨੀਕ ਜਸ ਨੂੰ ਗਾਉਂਦੇ ਨੇ ਸਾਰੇ। ਸਿਮਰੈ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰੈ ਦੇਵਤੇ ਕੋੜ ਤੇ ਤੀਸਾ ਸਿਮਰੈ ਜਖ ਦੈਂਤ ਸਭ ਸਿਮਰੈ ਅਗਨਤ ਨਾ ਜਾਈ ਜਸ ਗਨਾ। ਆਪ ਦਾ ਜਸ ਗਾਇਆ ਨਹੀਂ ਜਾ ਸਕਦਾ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। हे ਮਹਾਰਾਜ ਜੀ, ਦੇਵਤਿਆਂ ਦਾ ਰਾਜਾ ਇੰਦਰ, ਇੰਦਰਾਸਨ ਦਾ ਮਤਲਬ ਹੈ ਰਾਜ ਸਿੰਘਾਸਣ ਪਰ ਬੈਠ ਕੇ। ਇੰਦਰਾਸਨ ਵੈਸੇ
ਜਿਹੜਾ ਉੱਤੇ ਚੰਦੋਆ ਲੱਗਿਆ ਹੁੰਦਾ ਹੈ ਇਹਨੂੰ ਵੀ ਕਹਿੰਦੇ ਨੇ, ਕਿਉਂਕਿ ਇੰਦਰ ਦੇ ਉੱਤੇ ਵੀ ਜਿਹੜਾ ਚੰਦੋਆ ਲੱਗਦਾ ਉਹਨੂੰ ਇੰਦਰਾਸਣ ਕਿਹਾ। ਇਸ ਪ੍ਰਕਾਰ ਰਾਜ ਸਿੰਘਾਸਣ ਪਰ ਬੈਠਾ ਹੋਇਆ ਇੰਦਰ ਦੇਵਤਿਆਂ ਦੇ ਦਰ ਨਾਲ ਜਸ ਨੂੰ ਆਪ ਦੇ ਨਾਲ ਮਿਲ ਕੇ ਗਾਉਂਦਾ ਹੈ। ਦਰ ਤੋਂ ਭਾਵ ਹੈ ਦਲ, ਦੇਵਤਿਆਂ ਦੇ ਦਲਾਂ ਦੇ ਸਮੇਤ ਬੈਠ ਕੇ ਇੰਦਰ ਵੀ ਤੁਹਾਡੇ ਜਸ ਨੂੰ ਗਾਉਂਦਾ ਹੈ। ਦੇਵਤੇ ਵੀ ਆਦਰ ਨਾਲ ਤੁਹਾਡੇ ਜਸ ਨੂੰ ਗਾਉਂਦੇ ਨੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। 84 ਸਿੱਧ ਸਮਾਧੀਆਂ ਅੰਦਰ ਸਥਿਤ ਹੋ ਕੇ ਆਪ ਦੇ ਜਸ ਨੂੰ ਗਾਉਂਦੇ ਨੇ। ਫਿਰ ਸਾਧ ਜਿਹੜੇ ਵਿਚਾਰਮਾਨ ਸਾਧੂ ਵੀ ਆਪ ਦੇ ਜਸ ਨੂੰ ਗਾਉਂਦੇ ਨੇ। ਇੱਕ ਤਾਂ ਹੁੰਦਾ ਵਿਚਾਰੇ, ਵਾਵੇ ਨਾਲ ਹੁੰਦਾ ਵਿਚਾਰਾ, ਉਹ ਤਾਂ ਵਿਚਾਰਾ ਐਵੇਂ ਹੀ ਮਾਰਿਆ ਗਿਆ। ਪੰਜਾਬੀ ਦੇ ਅੱਖਰ ਜਿਵੇਂ ਆਪਾਂ ਵਰਤਦੇ ਵਿਚਾਰਾ, ਇੱਕ ਹੁੰਦਾ ਵਿਚਾਰ, ਕਹਿੰਦੇ ਵਿਚਾਰ ਕਰਕੇ ਦੇਖ ਲਓ। ਇਹ ਜਿਹੜਾ ਵਿਚਾਰ ਅੱਖਰ ਇਹਨੂੰ ਮਹਾਰਾਜ ਨੇ ਬਿਹਾਰੀ ਨਾਲ ਵਰਤਿਆ, ਵਿਚਾਰੇ। ਇੱਕ ਹੁੰਦਾ ਵਿਚਾਰੇ ਬੱਬੇ ਨੂੰ ਸਿਹਾਰੀ ਨਾਲ, ਇੱਕ ਹੁੰਦਾ ਫਿਰ ਬਿਹਾਰੀ ਲਾ ਕੇ ਵਿਚਾਰੇ। ਵਿਚਾਰ ਕਰਦੇ ਨੇ ਸਾਧ ਜਨ ਤੁਹਾਡੀ। ਗਾਵਨ ਤੁਧਨੋ ਜਤੇ ਸਤੇ ਸੰਤੋਖੇ, ਗਾਵਨ ਤੁਧਨੋ ਵੀਰ ਕਰਾਰੇ। ਜਤੀ ਜਿਹੜੇ ਲਛਮਣ ਆਦਿਕ ਨੇ, ਫਿਰ ਜਿਹੜੇ ਸਤਵਾਦੀ ਦਸ਼ਰਥ ਆਦਿਕ ਨੇ, ਜਿਹੜੇ ਸੰਤੋਖੀ ਜਿਵੇਂ ਚੁਣਕ ਰਿਸ਼ੀ ਹੋਇਆ ਹੈ, ਫਿਰ ਕਰਾਰੇ ਜਿਹੜੇ ਤਕੜੇ 52 ਵੀਰ ਆਪ ਨੂੰ ਗਾਉਂਦੇ ਨੇ। 52 ਵੀਰ ਜਿਹੜੇ ਨੇ ਨੰਦੀ ਭ੍ਰਿੰਗੀ ਜਿਨ੍ਹਾਂ ਦਾ ਨਾਮ ਹੈ, 52 ਨਾਮ ਨੇ। ਬੰਦੇ ਬਹਾਦਰ ਦੇ ਵਸ ਵਿੱਚ ਸੀ ਇਹ 52 ਵੀਰ ਕੀਤੇ ਹੋਏ, ਜਿਨ੍ਹਾਂ ਨੇ ਮਹਾਰਾਜ 10ਵੇਂ ਪਾਤਸ਼ਾਹ ਦਾ ਪਲੰਘ ਲਟਾਉਣ ਦਾ ਯਤਨ ਕੀਤਾ ਸੀ। ਫਿਰ ਮਹਾਰਾਜ ਨੇ ਤੀਰ ਕੱਢ ਕੇ ਮੰਜੇ ਦੇ ਪਾਵੇ ਉੱਤੇ ਉਹਦੀ ਮੁਖੀ ਲਾ ਕੇ ਕਿਹਾ ਸੀ, ਇਹ ਲੱਕੜ ਕਿੱਧਰ ਜਾ ਰਹੀ, ਇੱਥੇ ਟਿਕੀ ਰਹਿ। 52 ਵੀਰਾਂ ਨੇ ਪਲੰਘ ਲਟਾਉਣ ਦਾ ਯਤਨ ਕੀਤਾ, ਪਰ ਉਲਟੇ ਨਾ ਉਸ ਵਕਤ ਬੰਦਾ ਬਹਾਦਰ ਚਰਨਾਂ ਤੇ ਡਿੱਗਿਆ। ਇਹ ਮੇਰੇ ਨਾਲੋਂ ਵੱਡੀ ਸ਼ਕਤੀ ਦੇ ਮਾਲਕ ਨੇ। ਐਸੇ ਜਿਹੜੇ ਵੀਰ ਕਰਾਰੇ ਨੇ, ਜੰਗ ਦੇ ਵਿੱਚ ਐਸਾ ਜੰਗ ਕਰਦੇ ਨੇ ਜਾ ਕੇ, ਪੁਰਜਾ ਕੱਟ ਮਰਾ ਕਬੂ ਨਾ ਛਾੜਾ ਖੇਤ, ਕੱਟ ਕੇ ਮਰ ਜਾਂਦੇ ਨੇ। ਉਹ ਵੀ ਤੁਹਾਨੂੰ ਗਾਉਂਦੇ ਨੇ ਸਾਰੇ ਜਿਤਨੇ ਕਰਾਰੇ ਵੀਰ ਨੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ, ਜੁਗ ਜੁਗ ਵੇਦਾਂ ਨਾਲੇ। ਪੁਰਾਣਾਂ ਦੇ ਪੜਨ ਵਾਲੇ ਪੰਡਿਤ ਔਰ ਕਥਾ ਕਰਨ ਵਾਲੇ ਪੰਡਿਤ ਅਤੇ ਪੜਨ ਵਾਲੇ ਵਿਦਿਆਰਥੀ। ਫਿਰ ਰਖੀਸਰ ਕਿਹਨਾਂ ਨੂੰ ਕਿਹਾ? ਮਹਾਤਮਾ ਨੂੰ। ਰਿਸ਼ੀਆਂ ਦੇ ਵੀ ਈਸ਼ਰ ਜਿਹੜੇ ਰਿਸ਼ੀਆਂ ਦੇ ਵੱਡੇ ਨੇ, ਰਿਸ਼ੀ ਤੋਂ ਭਾਵ ਇੰਦਰੀਆਂ ਦਾ ਵੀ ਹੈ, ਜਿਨ੍ਹਾਂ ਨੇ ਫਿਰ ਸੁਰ ਤੋਂ ਭਾਵ ਇਹਨਾਂ ਦਾ ਦਮਨ ਕੀਤਾ ਰਖੀਸਰ। ਇਹ ਸਭ ਤੇਰੇ ਜਸ ਨੂੰ ਗਾਉਂਦੇ ਨੇ, ਇਸੇ ਕਰਕੇ ਉਹਨਾਂ ਨੂੰ ਰਖੀਸਰ ਕਿਹਾ ਜਾਂਦਾ ਹੈ। ਰਿਸ਼ੀ ਕਿਹਨੂੰ ਕਹਿੰਦੇ? ਅਸਲ 'ਚ ਇੰਦਰੀਆਂ ਨੂੰ ਰਿਸ਼ੀ ਕਹਿੰਦੇ ਨੇ। ਜਿਨ੍ਹਾਂ ਨੇ ਰਿਸ਼ੀਆਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਕੀਤਾ, ਉਹਨਾਂ ਨੂੰ ਫਿਰ ਕਿਹਾ ਕਿ ਰਖੀਸਰ, ਇੰਦਰੀਆਂ ਨੂੰ ਜਿੱਤ ਲੈਣ ਵਾਲਾ। ਉਹ ਜਿਹੜੇ ਰਖੀਸਰ ਨੇ ਉਹ ਵੀ ਤੁਹਾਡੇ ਜਸ ਦੇ ਤਾਂ ਹੀ ਹਮੇਸ਼ਾ ਗਾਉਂਦੇ ਰਹਿੰਦੇ ਨੇ। ਚਾਰੇ ਯੁੱਗ ਆਪੋ ਆਪ ਵੇਦਾਂ ਅਤੇ ਚਾਰੇ ਅਵਤਾਰਾਂ ਦੇ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦੇ ਨੇ। ਜਿਵੇਂ ਸਤਯੁਗ ਦੇ ਵਿੱਚ ਸ਼ਾਮ ਵੇਦ ਤੇ ਹੰਸਾ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਇਆ ਉਹਨਾਂ ਨੇ। ਫਿਰ ਤ੍ਰੇਤਾ ਯੁੱਗ ਆਇਆ, ਰਿਗ ਵੇਦ ਹੋਇਆ ਤਦੋਂ, ਤੇ ਰਾਮਾ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦਾ। ਫਿਰ ਦੁਆਪਰ ਯੁੱਗ ਆਇਆ ਤਾਂ ਯਜੁਰਵੇਦ ਦੇ ਸਮੇਤ ਹੋ ਕੇ ਕ੍ਰਿਸ਼ਨ ਅਵਤਾਰ, ਉਹਨਾਂ ਨੇ ਗਾਇਆ ਪਰਮੇਸ਼ਰ ਨੂੰ। ਫਿਰ ਕਲਯੁਗ ਦਾ ਸਮਾਂ ਆਇਆ, ਕਲ ਮੈਂ ਵੇਦ ਅਥਰਬਣ ਹੁਆ ਨਾਉ ਖੁਦਾਈ, ਅੱਲਾਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਕਲਯੁਗ ਵਿੱਚ ਕਿਹੜਾ ਵੇਦ ਹੋਇਆ? ਅਥਰਬਣ ਵੇਦ ਤੇ ਨੇ ਕਲੰਕ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦੇ ਨੇ। ਗਾਉਣਗੇ, ਆਉਣ ਵਾਲੇ ਸਮੇਂ 'ਚ ਇਹ ਵੀ ਗਾਉਣਗੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਜਪਜੀ ਸਾਹਿਬ 'ਚ ਸੁਰਗਾ ਆਇਆ ਸੀ, ਗੱਗੇ ਨੂੰ ਕੰਨਾ, ਇੱਥੇ ਗੱਗੇ ਨੂੰ ਔਂਕੜ ਆਇਆ। ਮੋਹਣੀਆਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਕਿੱਥੋਂ ਕਿੱਥੋਂ ਦੀਆਂ ਨੇ? ਸੁਰਗ ਤੇ ਮੱਛ ਤੇ ਪਿਆਲੇ, 3 ਥਾਵਾਂ ਦੀਆਂ ਨੇ। ਇੱਕ ਤਾਂ ਸਵਰਗ ਲੋਕ ਹੋ ਗਿਆ, ਇੱਕ ਮੱਛ ਕਿਹੜਾ ਹੋ ਗਿਆ? ਮਾਤ ਲੋਕ। ਕਿਉਂਕਿ ਮੱਛ ਤੋਂ ਇਹ ਚੀਜ਼ ਤਾਂ ਲੈ ਲਈ, ਕਈ ਸੰਕੇਤੀ ਅਰਥ ਹੁੰਦੇ ਨੇ, ਜਿਵੇਂ ਮੱਛ ਸਮੁੰਦਰ ਦੇ ਵਿਚਾਲੇ ਹੀ ਰਹਿੰਦਾ, ਵਿਚਾਲੇ ਰਹਿਣ ਕਰਕੇ ਮੱਛ। ਵਿਚਕਾਰ ਕੀ ਹੈ? ਉੱਤੇ ਅਸਮਾਨ, ਥੱਲੇ ਪਤਾਲ, ਵਿਚਾਲੇ ਧਰਤੀ, ਮਾਤ ਲੋਕ ਦੇ ਵਿੱਚ। ਫਿਰ ਪਿਆਲੇ ਪਤਾਲ ਲੋਕ। ਇਹਨਾਂ 3 ਲੋਕਾਂ ਵਿੱਚ ਰਹਿਣ ਵਾਲੀਆਂ ਜੋ ਮੋਹਣੀਆਂ ਇਸਤਰੀਆਂ ਨੇ, ਮਨ ਨੂੰ ਮੋਹਣ ਵਾਲੀਆਂ, ਉਹ ਵੀ ਸਭ ਤੁਹਾਡੇ ਜਸ ਨੂੰ ਗਾਉਂਦੀਆਂ ਫਿਰਦੀਆਂ ਨੇ। ਮੋਹਣੀਆਂ ਕੌਣ ਨੇ? ਮੋਹਣੀ ਅਵਤਾਰ। ਅਤੇ ਮਨਮੋਹਨ ਕੌਣ ਹੈ? ਕ੍ਰਿਸ਼ਨ ਜੀ। ਸੁਰਗ, ਮਾਤ ਅਤੇ ਪਤਾਲ 3 ਲੋਕਾਂ ਵਿੱਚ ਪਰਿਪੂਰਨ ਜਾਣ ਕੇ ਆਪ ਦੇ ਜਸ ਨੂੰ ਗਾ ਰਹੇ ਨੇ। ਮੋਹਣੀ ਅਵਤਾਰ ਵਿਸ਼ਨੂੰ ਜੀ ਨੇ ਧਾਰਿਆ। ਮੋਹ ਨੂੰ ਜਿਨ੍ਹਾਂ ਨੇ ਹਣੀਆਂ ਨਾਸ ਕੀਤਾ, ਉਹ ਮਹਾਤਮਾ ਵੀ 3 ਲੋਕਾਂ ਵਿੱਚ ਮਨਮੋਹਨ ਪਰਮਾਤਮਾ ਦੇ ਜਸ ਨੂੰ ਗਾਉਂਦੇ ਨੇ। ਉਹ ਵੀ ਆਪ ਦੇ ਜਸ ਨੂੰ ਹਰ ਵਕਤ ਗਾਉਂਦੇ ਰਹਿੰਦੇ ਨੇ।
ਗਾਵਨ ਤੁਧਨੋ ਰਤਨੋ ਪਾਏ ਤੇਰੇ 860 ਤੀਰਥ ਨਾਲੇ। हे ਵਾਹਿਗੁਰੂ ਜੀ, ਆਪ ਦੇ ਪੈਦਾ ਕੀਤੇ ਹੋਏ 14 ਰਤਨ ਆਪ ਦੇ ਜਸ ਨੂੰ ਗਾਉਂਦੇ ਨੇ। 68 ਤੀਰਥ ਵੀ, ਤੀਰਥਾਂ ਦੇ ਨਾਲ ਰਹਿਣ ਵਾਲੇ ਮਹਾਤਮਾ ਵੀ ਆਪ ਦੇ ਜਸ ਨੂੰ ਗਾਉਂਦੇ ਨੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਜੋਧੇ ਮਹਾਬਲੀ ਸੂਰਮੇ ਵੀ ਆਪ ਦੇ ਜਸ ਨੂੰ ਗਾਉਂਦੇ ਨੇ। ਜੋਧਾ ਤਾਂ ਉਹ ਹੋ ਗਿਆ ਜਿਹੜਾ ਇੱਕ ਨਾਲ ਇੱਕ ਲੜ ਲੈਂਦਾ, ਮਹਾਬਲੀ ਉਹ ਜੋ 10,000 ਨਾਲ ਲੜੇ, ਸੂਰਮਾ ਉਹ ਹੁੰਦਾ ਜੋ ਅਣਗਿਣਤਾ ਨਾਲ ਹੀ ਲੜਦਾ ਹੈ। ਤਾਂ ਹੁਣ ਇਸੇ ਪ੍ਰਕਾਰ ਜੋਧਾ ਤਾਂ ਉਹ ਹੈ ਜਿਹਨੇ ਆਪਣੇ ਇੱਕ ਸਰੀਰ ਨੂੰ ਵਸੀਕਾਰ ਕੀਤਾ ਹੋਇਆ ਹੈ। ਮਹਾਬਲੀ ਉਹ ਹੈ ਜਿਹਨੇ 10 ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਿਆ ਹੋਇਆ। ਸੂਰਮਾ ਉਹ ਹੈ ਜਿਹਨੇ ਮਨ ਦੀਆਂ ਅਨੇਕਾਂ ਵਾਸ਼ਨਾ ਨੂੰ ਰੋਕ ਕੇ ਰੱਖਿਆ। ਜੋਧਾ ਅਸੀਂ ਉਹਨੂੰ ਮੰਨਦੇ ਹਾਂ ਜਿਹਨੇ ਗੁਰਾਂ ਦਾ ਉਪਦੇਸ਼ ਸੁਣਿਆ ਸੰਗਤ 'ਚ ਬੈਠ ਕੇ। ਮਹਾਬਲੀ ਉਹ ਹੈ ਜਿਹਨੇ ਸੰਗਤ 'ਚ ਉਪਦੇਸ਼ ਸੁਣ ਤਾਂ ਲਿਆ, ਫਿਰ ਮੰਨਣ ਵੀ ਕੀਤਾ। ਫਿਰ ਅੱਗੇ ਆਉਂਦਾ ਸੂਰਮਾ, ਜਿਹਨੇ ਪਰਿਪੱਕ ਅਵਸਥਾ ਵਿੱਚ ਉਹਦਾ ਨਿਧਿਆਸਣ ਵੀ ਕੀਤਾ, ਉਹਦੀ ਕਮਾਈ ਵੀ ਕੀਤੀ, ਉਹਨੂੰ ਅਸੀਂ ਮੰਨਿਆ ਹੈ ਕਿ ਇਹ ਸੂਰਮਾ ਹੈ। ਗਾਵਨ ਤੁਧਨੋ ਖਾਣੀ ਚਾਰੇ, ਫਿਰ ਅੰਡਜ ਜੇਰਜ ਸੇਤਜ ਉਤਪੁਜ ਰੂਪ 4 ਖਾਣੀਆਂ ਵੀ ਆਪ ਦੇ ਜਸ ਨੂੰ ਗਾਉਂਦੀਆਂ ਨੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਫਿਰ 9 ਖੰਡ ਜਿਹੜਾ 400 ਕੋਹਾਂ ਦਾ, ਅਤੇ ਮੰਡਲ ਅਤੇ ਬ੍ਰਹਮੰਡ, ਇਹ ਸਾਰੇ ਆਪ ਜੀ ਦੇ ਜਸ ਨੂੰ ਗਾਉਂਦੇ ਨੇ। ਫਿਰ ਜਿਹੜੇ ਨੇ ਕਰ ਕਰ ਰੱਖੇ ਤੇਰੇ ਧਾਰੇ, ਕਰ ਤੋਂ ਭਾਵ ਉਤਪਤੀ ਕਰਕੇ ਸਾਰੇ ਜੀਵ ਤੁਸੀਂ ਮਰਿਆਦਾ ਵਿੱਚ ਧਾਰਨ ਰੱਖੇ ਨੇ, ਧਾਰਨ ਕੀਤੇ ਹੋਏ ਨੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੁਣ ਵਾਹਿਗੁਰੂ ਜੀ ਤੁਹਾਨੂੰ ਉਹੀ ਗਾਉਂਦੇ ਨੇ। ਉਹੀ ਕਿਹੜੇ ਗਾਉਂਦੇ ਨੇ? ਜਿਹੜੇ ਤੁਹਾਨੂੰ ਭਾਉਂਦੇ ਨੇ, ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ, ਜੋ ਤੁਹਾਨੂੰ ਭਾਉਂਦੇ ਨੇ ਨਾ, ਉਹੀ ਗਾਉਂਦੇ ਨੇ। ਭਈ ਇਹ ਮੈਨੂੰ ਭਾਇਆ ਹੈ, ਇਹਦੇ ਕੋਲੋਂ ਮੈਂ ਨਾਮ ਜਪਾਉਣਾ ਹੈ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੇ। ਜਿਹੜਾ ਨਹੀਂ ਤੁਹਾਨੂੰ ਭਾਉਂਦਾ ਉਹਦੇ ਕੋਲ ਨਾਮ ਜਪਾਉਂਦੇ ਹੀ ਨਹੀਂ। ਉਹ ਨਾਮ ਜਪਣ ਦਾ ਯਤਨ ਕਰਦਾ ਹੈ ਤਾਂ ਉਹ ਫਿਰ ਟੁੱਟ ਜਾਂਦਾ, ਜੇ ਜਾਂਦਾ ਵੀ ਹੈ ਤਾਂ ਵੀ ਹਟ ਜਾਂਦਾ ਹੈ, ਜਪਾਉਂਦੇ ਨਹੀਂ ਹੋ। ਹੁਣ ਫਿਰ ਆਪਾਂ ਕਦੇ ਆ ਕੇ ਗੁਰਦੁਆਰੇ ਉਹਨਾਂ ਨਾਮ ਨਾ ਜਪਣ ਵਾਲਿਆਂ ਨੇ ਕਦੇ ਬੇਨਤੀ ਨਹੀਂ ਕੀਤੀ, ਮਹਾਰਾਜ ਸਾਤੋਂ ਜਿੰਨੀਆਂ ਗਲਤੀਆਂ ਉਹਨਾਂ ਦੀ ਮਾਫੀ ਦੇ ਦਿਓ, ਸਾਨੂੰ ਵੀ ਨਾਮ ਜਪਾਓ। ਉਹ ਉਲਟਾ ਕਹਿੰਦੇ ਨੇ ਠੀਕ ਹੈ, ਸਾਨੂੰ ਰੱਬ ਨੇ ਮੌਜ ਦਿੱਤੀ, ਅਸੀਂ ਨਾਮ ਜਪਣਾ ਹੀ ਨਹੀਂ। ਆਪਾਂ ਨੂੰ ਸਭ ਦਾ ਬੇਨਤੀ ਕਰਨੀ ਚਾਹੀਦੀ, ਮਹਾਰਾਜ ਕਿਰਪਾ ਕਰੋ, ਨਾਮ ਨਾਲ ਹੀ ਸਾਡੀ ਕਲਿਆਣ ਹੋਣੀ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਤਾਂ ਮਹਾਰਾਜ ਜੀ ਕਹਿੰਦੇ ਰੱਤੇ ਤੇਰੇ ਭਗਤ ਰਸਾਲੇ। ਰਸਾਲੇ ਤੋਂ ਭਾਵ ਹੁੰਦਾ ਸਮੂਹ ਭਗਤ ਤੇਰੇ ਵਿੱਚ ਰੱਤੇ ਹੋਏ ਨੇ। ਰਸ ਦੇ ਆਲੇ ਬਣ ਗਏ, ਉਹ ਰਸ ਦੇ ਘਰ ਹੀ ਬਣ ਗਏ ਜਿਹੜੇ ਤੁਹਾਡੇ ਨਾਮ ਨੂੰ ਗਾਉਂਦੇ ਨੇ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਹੋਰ ਕਿੰਨੇ ਕੁ ਆਪਦੇ ਜਸ ਨੂੰ ਗਾਉਂਦੇ ਨੇ, ਉਹ ਮੈਨੂੰ ਚੇਤੇ ਹੀ ਨਹੀਂ ਆਉਂਦੇ। ਮਹਾਰਾਜ ਕਹਿੰਦੇ ਨੇ ਮੈਂ ਕੀ ਵਿਚਾਰ ਕਰ ਸਕਦਾ, ਕੀ ਵਿਚਾਰ ਕਵਾਂ। ਤੋ ਇੱਥੋਂ ਤੱਕ ਹੁਣ ਸੱਚਖੰਡ ਵਿੱਚ ਪਰਮੇਸ਼ਰ ਦੇ ਸਨਮੁਖ ਗੁਰੂ ਨਾਨਕ ਦੇਵ ਜੀ ਨੇ ਉਸਤਤੀ ਕੀਤੀ। 3 ਦਿਨ ਉੱਥੇ ਰਹੇ, ਤੀਸਰੇ ਦਿਨ ਵਾਪਸ ਆ ਗਏ। ਤੋ ਫਿਰ ਇਸ਼ਨਾਨ ਸਮੇਂ ਨਿਕਸੇ ਕਰਨਾ ਕਰ ਬਾਸਰ 3 ਬਿਤਾਏ ਗਹੀਰਾ। ਸਤਿਗੁਰੂ ਮਹਾਰਾਜ ਸੋ ਉਸ ਵਕਤ 3 ਦਿਨ ਰਹਿਣ ਤੋਂ ਬਾਅਦ ਇਸ਼ਨਾਨ ਦੇ ਸਮੇਂ ਬੇਈ ਨਦੀ 'ਚੋਂ ਫਿਰ ਬਾਹਰ ਆਏ। ਫਿਰ ਜਿੱਥੋਂ ਚੁੱਭੀ ਮਾਰ ਕੇ ਲੋਪ ਹੋਏ ਸਨ, ਉਸ ਤੋਂ 1 ਕੋਹ ਭਰੇ ਪਰਲੇ ਫਾਸਲੇ ਤੇ ਜਾ ਕੇ ਪ੍ਰਗਟ ਹੋਏ, ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ ਨੇ। ਬੇਈ ਨਦੀ ਦੇ ਕਿਨਾਰੇ ਬੇਰ ਸਾਹਿਬ ਗੁਰਦੁਆਰਾ ਹੁਣ ਤੱਕ ਪ੍ਰਗਟ ਹੈ, ਜਿੱਥੇ ਟੁੱਭਾ ਲਾਇਆ ਸੀ। ਫਿਰ ਅੱਗੇ ਪੈੜਾ ਮੋਖਾ ਨਾਮੇ ਦਾਸ ਕੱਪੜੇ ਲੈ ਕੇ ਖੜਾ ਸੀ, ਕਿਉਂਕਿ ਭੈਣ ਨਾਨਕੀ ਨੂੰ ਬੜਾ ਭਰੋਸਾ ਸੀ। ਉਹ ਸਮਝਦੇ ਸੀ ਮੇਰਾ ਵੀਰ ਗੁਰੂ ਨਾਨਕ ਡੁੱਬਿਆ ਨਹੀਂ, ਉਹ ਡੁੱਬਿਆਂ ਨੂੰ ਤਾਰਨ ਵਾਲਾ। ਦੁਨੀਆ ਦੇ ਹੋਰ ਸਾਰੇ ਲੋਕ ਭਾਵੇਂ ਆਖਦੇ ਕਿ ਦੌਲਤ ਖਾਨ ਨਵਾਬ ਦਾ ਮੋਦੀ ਡੁੱਬ ਗਿਆ, ਆਪਣੇ ਭਰੋਸੇ ਤੇ ਦ੍ਰਿੜ ਹੋਣ ਕਰਕੇ ਬੇਬੇ ਨਾਨਕੀ ਪੈੜੇ ਮੋਖੇ ਦਾਸ ਨੂੰ ਕੱਪੜੇ ਦੇ ਕੇ ਰੋਜ਼ ਨਦੀ ਤੇ ਕੰਢੇ ਭੇਜ ਦਿੰਦੀ। ਉਸ ਦਿਨ ਵੀ ਦਾਸ ਕੱਪੜੇ ਲੈ ਕੇ ਨਦੀ ਦੇ ਕਿਨਾਰੇ ਤੁਰਿਆ ਫਿਰਦਾ ਸੀ। ਗੁਰੂ ਸਾਹਿਬ ਜੀ ਨੂੰ ਦੇਖ ਕੇ ਦੌੜਿਆ ਤੇ ਚਰਨਾਂ ਤੇ ਮੱਥਾ ਟੇਕਿਆ। ਉਸ ਵੇਲੇ ਗੁਰੂ ਸਾਹਿਬ ਪ੍ਰਸੰਨ ਹੋਏ ਤੇ ਆਖਿਆ ਨਿਹਾਲ ਹੋ, ਨਿਹਾਲ ਹੋ। ਸੱਚਖੰਡ ਵਿੱਚ ਆਉਣ ਤੋਂ ਸਭ ਤੋਂ ਪਹਿਲਾਂ ਜਿਹਨੂੰ ਦਰਸ਼ਨ ਦਿੱਤੇ ਉਹ ਹੈ ਭਾਈ ਪੈੜਾ ਮੋਖਾ, ਜਿਹਨੇ ਜਨਮ ਪੱਤਰੀ ਲਿਆਂਦੀ ਸੀ। ਬਾਅਦ ਵਿੱਚ ਦੂਜੇ ਪਾਤਸ਼ਾਹ ਦੇ ਪ੍ਰਸੰਗ ਵਿੱਚ ਇਹਨਾਂ ਦਾ ਪ੍ਰਸੰਗ ਆਉਂਦਾ, ਤੋ ਇਸ ਕਰਕੇ ਮਹਾਰਾਜ ਨੇ ਉਸ ਨੂੰ ਨਿਹਾਲ ਕਰ ਦਿੱਤਾ। ਫਿਰ ਦਾਸ ਨੇ ਮੱਥਾ ਟੇਕ ਕੇ ਕਿਹਾ ਆਪ ਜੀ ਨੂੰ ਭੈਣ ਨਾਨਕੀ ਬੜਾ ਯਾਦ ਕਰ ਰਹੀ ਹੈ। ਗੁਰੂ ਸਾਹਿਬ ਜੀ ਉਸ ਵੇਲੇ ਭੈਣ ਜੀ ਨੂੰ ਆ ਕੇ ਮਿਲੇ। ਫਿਰ ਭੈਣ ਨਾਨਕੀ ਨੇ ਪੁੱਛਿਆ ਆਪ ਕਿੱਥੇ ਗਏ ਸੀ? ਹਜ਼ੂਰ ਨੇ ਕਿਹਾ ਸੱਚਖੰਡ ਵਿਖੇ ਪਰਮੇਸ਼ਰ ਦੇ ਪਾਸ ਗਏ ਸਨ। ਫਿਰ ਭੈਣ ਨਾਨਕੀ ਜੀ ਨੇ ਕਿਹਾ ਉਹ ਭਗਵਾਨ ਕੈਸਾ ਹੈ? ਤਾਂ ਫਿਰ ਮਹਾਰਾਜ ਨੇ ਐਸੇ ਬਚਨ ਫਰਮਾਏ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਉਹ ਪਰਮਾਤਮਾ ਪਿੱਛੇ ਵੀ ਸਦਾ ਸੱਚ ਸੀ, ਉਹ ਵਾਹਿਗੁਰੂ ਪਿੱਛੇ ਵੀ ਸਦਾ ਰਹਿਣ ਵਾਲਾ ਸੱਚ ਸੀ, ਤੇ ਹੁਣ ਵੀ ਉਹ ਵਾਹਿਗੁਰੂ ਸਦਾ ਸੱਚ ਸਾਹਿਬ ਹੈ।
ਅੱਗੇ ਨੂੰ ਵੀ ਉਹ ਵਾਹਿਗੁਰੂ ਸੱਚਾ ਸਾਹਿਬ ਹੋਵੇਗਾ। ਉਸ ਦੀ ਨਾਈ ਜੋ ਵਡਿਆਈ ਹੈ, ਮਹਿਮਾ ਹੈ, ਉਹ ਵੀ ਸੱਚੀ ਹੈ। ਉਹ ਜੋ ਸੋਭਨੀਕ ਸੱਚਾ ਸਾਹਿਬ ਹੈ ਉਹ ਵੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਜਿਸਨੇ ਸੰਸਾਰ ਦੀ ਰਚਨਾ ਰਚਾਈ ਹੈ, ਬਣਾਈ ਹੈ, ਉਹ ਪਰਮਾਤਮਾ ਹੁਣ ਹੈ। ਭੀ ਤੋਂ ਭਾਵ ਪਿੱਛੇ ਭੀ ਸੀ, ਹੋਸੀ ਤੋਂ ਮਤਲਬ ਹੈ ਅੱਗੇ ਨੂੰ ਹੋਵੇਗਾ। ਜਾਏ ਨਾ ਜਾਸੀ, ਜਾਏ ਦਾ ਮਤਲਬ ਜੰਮਣਾ, ਜਾਸੀ ਦਾ ਮਤਲਬ ਮਰਨਾ। ਨਾ ਉਹ ਜੰਮਦਾ ਹੈ ਨਾ ਉਹ ਪਰਮਾਤਮਾ ਮਰਦਾ ਹੈ। ਰੰਗੇ ਰੰਗੇ ਭਾਤੇ ਕਰ ਕਰ ਜਿਨਸੇ ਮਾਇਆ ਜਿਨ ਉਪਾਈ। ਕਾਲੇ ਪੀਲੇ ਸਾਂਵਲੇ ਆਦਿਕ ਰੰਗਾਂ ਰੰਗਾਂ ਦੀ ਮਧਰੇ ਜੇ ਲੰਬੇ ਗਿੱਠ ਮੁਠੀਏ ਆਦਿਕ ਭਾਂਤੀ ਤੋਂ ਭਾਵ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਪੈਦਾ ਵਾਹਿਗੁਰੂ ਨੇ ਕੀਤੀ। ਹਾਥੀ ਘੋੜਾ ਊਠ ਕੱਚਰ ਆਦਿਕ ਜਿਨਸਾਂ ਵੀ ਪੈਦਾ ਕੀਤੀਆਂ, ਪਰ ਆਪਣੇ ਆਪ ਨਹੀਂ ਪੈਦਾ ਕੀਤੀ। ਜਿਸ ਪਰਮੇਸ਼ਰ ਨੇ ਮਾਇਆ ਦੁਆਰੇ ਸ੍ਰਿਸ਼ਟੀ ਰਚੀ, ਇਹ ਕਹਿ ਦਿੱਤਾ ਨਾ ਕਿ ਮਾਇਆ ਜਿਹਨੂੰ ਪਾਈ, ਮਾਇਆ ਨਾਲ ਸ੍ਰਿਸ਼ਟੀ ਰਚੀ ਹੈ, ਆਪਣੇ ਆਪ ਸ੍ਰਿਸ਼ਟੀ ਨਹੀਂ ਰਚਦਾ, ਉਹ ਤਾਂ ਪਾਸੇ ਬੈਠਾ। ਮਾਇਆ ਨੂੰ ਕਹਿ ਦਿੱਤਾ ਜਾ ਵੀ ਸ੍ਰਿਸ਼ਟੀ ਰਚ। ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਉਹ ਪਰਮਾਤਮਾ ਆਪਣੇ ਕੀਤੇ ਸੰਸਾਰ ਨੂੰ ਆਪ ਦੇਖਣਾ ਕਰਦਾ ਹੈ, ਆਪ ਹੀ ਲੈਤਾ ਕਰ ਦਿੰਦਾ ਇਹਦੀ, ਜਿਵੇਂ ਉਹਦੀ ਵਡਿਆਈ, ਜਿਵੇਂ ਉਹਦੀ ਇੱਛਾ ਹੈ। ਆਪਣਾ ਕੀ ਜ਼ੋਰ ਹੈ ਉਹਦੀ ਇੱਛਾ ਦੇ ਅੱਗੇ। ਜੇ ਉਹ ਚਾਹੇ ਜੋ ਵੀ ਚਾਹੇ ਸੰਸਾਰ ਨਾਸ਼ ਕਰਨਾ ਬਣਾਉਣਾ ਹੈ, ਉਹਦੀ ਮਰਜ਼ੀ। ਜੋ ਤਿਸ ਭਾਵੈ ਸੋਏ ਕਰਸੇ ਫਿਰ ਹੁਕਮ ਨਾ ਕਰਨਾ ਜਾਏ। ਇਹ ਭੈਣ ਜੀ, ਜੋ ਕੁਝ ਪਰਮੇਸ਼ਰ ਨੂੰ ਪਾਉਂਦਾ ਉਹੀ ਉਹ ਕੁਝ ਕਰਦਾ। ਮੁੜ ਉਸ ਪਰ ਹੁਕਮ ਨਹੀਂ ਕੀਤਾ ਜਾ ਸਕਦਾ ਕਿ ਉਹ ਵਾਹਿਗੁਰੂ ਤੇ ਅਸੀਂ ਹੁਕਮ ਕਰੀਏ, ਫਿਰ ਉਸ ਦਾ ਹੁਕਮ ਫੇਰਿਆ ਨਹੀਂ ਜਾ ਸਕਦਾ। ਫਿਰ ਹੁਕਮ ਨਾ ਕਰਨਾ ਜਾਏ, ਫਿਰ ਦਾ ਮਤਲਬ ਫੇਰਨਾ, ਉਹਦਾ ਹੁਕਮ ਫਿਰਦਾ ਨਹੀਂ ਹੈ। ਜੇ ਤੁਸੀਂ ਕਹਿ ਦਿਓ ਕਿ ਹੁਣ ਵਾਹਿਗੁਰੂ ਦਾ ਹੁਕਮ ਹੋ ਗਿਆ ਤੇ ਅਸੀਂ ਉਹਨੂੰ ਫੇਰ ਦਈਏ ਕੋਈ ਜਾਣਾ, ਉਹਦੇ ਉੱਤੇ ਤਾਂ ਕੋਈ ਕਲਮ ਚੱਲਦੀ ਨਹੀਂ, ਉਹ ਤਾਂ ਫਿਰ ਹੋ ਗਿਆ ਜਿਹੜਾ ਹੋ ਗਿਆ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਇੱਥੇ ਪਤ ਪਾਠ ਆਇਆ, ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਤਾਂ ਜਪਜੀ ਸਾਹਿਬ ਚ ਆਉਂਦਾ ਹੈ। ਇੱਥੇ ਆਇਆ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਉਹ ਸਾਹਿਬ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਕਿਉਂਕਿ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾ ਪਾਤਸ਼ਾਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ ਭੈਣ ਜੀ, ਸਾਨੂੰ ਤੇ ਤੁਹਾਨੂੰ ਉਸ ਦੀ ਰਜਾਈ ਆਗਿਆ ਵਿੱਚ ਰਹਿਣਾ ਚਾਹੀਦਾ ਹੈ। ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹੀਏ। ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਉਹਦੀ ਆਗਿਆ ਦੇ ਵਿੱਚ ਅਸੀਂ ਸਾਰੇ ਜਾਣੇ ਚੱਲੀਏ, ਫਿਰ ਅਕਾਲ ਪੁਰਖ ਦੀ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਹੋ ਸਕਦੀ ਹੈ। ਤੋ ਐਸਾ ਮਹਾਰਾਜ ਨੇ ਪਵਿੱਤਰ ਉਪਦੇਸ਼ ਸੋਦਰ ਦੇ ਪੌੜੀ ਵਿੱਚ, ਫਿਰ ਇਸ ਤੋਂ ਪਹਿਲਾਂ ਸ਼ਬਦ ਆਏ ਰਹਿ ਰਾਸ ਦੇ, ਉਹਨਾਂ ਵਿੱਚ ਬਖਸ਼ਿਸ਼ ਕੀਤੀ ਹੈ। ਪਵਿੱਤਰ ਉਪਦੇਸ਼ ਹਰ ਰੋਜ਼ ਆਪਾਂ ਨੇ ਸੋਦਰ ਦਾ ਪਾਠ ਕਰਨਾ। ਤੋ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇੱਕ ਵਾਰ ਦਿਖਾਏ ਐਸੇ ਪੁਰਸ਼ ਦੇਖੇ ਜਿਨ੍ਹਾਂ ਦੇ ਧੌਣ ਵਿੱਚ ਕਿੱਲੇ ਗੱਡੇ ਹੋਏ ਸੀ, ਤਾਂ ਉਹਨਾਂ ਦੀ ਸਾਖੀ ਮਹਾਰਾਜ ਸੁਣਾਈ ਕਿ ਇਹਨਾਂ ਨੇ ਕਦੇ ਮੱਥਾ ਹੀ ਨਹੀਂ ਟੇਕਿਆ। ਮਹਾਰਾਜ ਜੀ ਇਹ ਕੌਣ ਨੇ? ਇਹ ਸਾਰੇ ਸੱਚਖੰਡ ਤੋਂ ਜਿਹੜੇ ਬਾਹਰ ਆ ਰਹੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਦੇ ਰਹਿ ਰਾਸ ਦਾ ਪਾਠ ਨਹੀਂ ਕੀਤਾ, ਭਾਵੇਂ ਵੀ ਉਹ ਸੱਚਖੰਡ ਚਲੇ ਜਾਣ ਤਾਂ ਵੀ ਰਹਿ ਰਾਸ ਦੇ ਸਮੇਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ। ਜਾਓ ਜਾ ਕੇ ਰਹਿ ਰਾਸ ਸੁਣ ਕੇ ਆਓ, ਕਿਉਂਕਿ ਤੁਸੀਂ ਦੁਨੀਆ 'ਚ ਰਹਿ ਰਾਸ ਨਹੀਂ ਪੜ੍ਹੀ। ਜਿਵੇਂ ਸ਼ਰਾਬੀ ਕਹਿੰਦੇ ਨਾ, ਧਰਮ ਰਾਜਾ ਕਹੂਗਾ ਵੀ ਤੁਸੀਂ ਸ਼ਰਾਬ ਨਹੀਂ ਪੀਤੀ, ਤੁਹਾਨੂੰ ਅਖੇ ਭੇਜੂਗਾ ਵਾਪਸ ਸ਼ਰਾਬ ਪੀਣ। ਇਹ ਤਾਂ ਉਹਨਾਂ ਦੇ ਢਕੌਂਸਲੇ ਨੇ, ਗੱਲਾਂ ਨੇ ਫਜ਼ੂਲ ਦੀਆਂ। ਪਰ ਅਸੀਂ ਕਹਿੰਦੇ ਵੀ ਜਿਹਨੇ ਰਹਿ ਰਾਸ ਨਹੀਂ ਨਾ ਪੜ੍ਹੀ, ਉਹ ਭਾਵੇਂ ਸੱਚਖੰਡ ਚਲਿਆ ਜਾਵੇ, ਪਰ ਉਹਨੂੰ ਮੁੜ ਕੇ ਰਹਿ ਰਾਸ ਸੁਣਨ ਆਉਣਾ ਪੈਣਾ ਦੁਬਾਰਾ। ਤਾਂ ਸਤਿਗੁਰੂ ਕਹਿੰਦੇ ਫਿਰ ਕਿਉਂ ਨਾ ਆਪਾਂ ਵਾਹਿਗੁਰੂ ਦੀ ਖੁਸ਼ੀ ਲੈਣ ਵਾਸਤੇ ਰਹਿ ਰਾਸ ਦਾ ਪਾਠ ਹਰ ਰੋਜ਼ ਕਰੀਏ। ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ, ਜਿਸ ਕਰਕੇ ਫਿਰ ਅਸੀਂ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ ਦਾ ਪਰਮੇਸ਼ਰ ਵੱਡਾ ਨਾ ਹੋਵੇ, ਘਾਟ ਨਾ ਜਾਏ। ਮਹਾਰਾਜ ਕਹਿੰਦੇ ਮਾਤਾ ਜੀ ਉਸਤਤੀ ਕਰਨ ਨਾਲੋਂ ਵਾਹਿਗੁਰੂ ਵੱਡਾ ਨਹੀਂ ਹੁੰਦਾ। ਜੇ ਕੋਈ ਉਹਦੀ ਨਿੰਦਿਆ ਕਰੀ ਜਾਵੇ ਤਾਂ ਘਟਦਾ ਨਹੀਂ। ਕਹਿੰਦੇ ਜ਼ਮੀਨ ਜਮਾ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਲਿਖੇ। ਫਿਰ ਮਾਤਾ ਜੀ ਨੇ ਬਚਨ ਕੀਤੇ, ਜੋ ਪੁਰਸ਼ ਪ੍ਰੇਮ ਧਾਰ ਕੇ ਉਹਦਾ ਜਸ ਕਥਨ ਕਰਦਾ ਹੈ ਉਸ ਨੂੰ ਕੀ ਫਲ ਮਿਲਦਾ, ਤੇ ਜੋ ਪਰਮੇਸ਼ਰ ਦੀ ਨਿੰਦਿਆ ਕਰਦਾ ਉਹਨੂੰ ਕੀ ਫਲ ਮਿਲਦਾ। ਤਾਂ ਮਹਾਰਾਜ ਕਹਿਣ ਲੱਗੇ ਮਾਤਾ ਜੀ ਸੁਣੋ, ਜੋ ਪੁਰਸ਼ ਸ਼ਰਧਾ ਪ੍ਰੇਮ ਧਾਰ ਕੇ ਪਰਮੇਸ਼ਰ ਦੇ ਜਸ਼ਨ ਨੂੰ ਕਥਨ ਕਰਦਾ ਹੈ, ਜੋ ਉਸ ਵਾਹਿਗੁਰੂ ਦੇ ਜਸ ਦੇ ਤਾਂ ਹੀ ਕਹਿੰਦਾ ਹੈ, ਫਿਰ ਉਹਨੂੰ ਕੀ ਫਲ ਮਿਲਦਾ। ਉਹ ਪੁਰਸ਼ ਵੱਡਾ ਨਾ ਹੋਵੇ, ਵੱਡਾ ਨਹੀਂ ਹੁੰਦਾ, ਵੱਡਾ ਨਹੀਂ ਹੁੰਦਾ। ਇਹ ਹੁਣ ਪ੍ਰਸ਼ਨ ਰੂਪ ਵਿੱਚ ਹੈ। ਜਿਵੇਂ ਆਪਾਂ ਕਹਿੰਦੇ ਕੀ ਉਹ ਵੱਡਾ ਨਹੀਂ ਹੁੰਦਾ, ਨਾਮ ਜਪ ਕੇ ਕਹਿੰਦੇ ਹੋ ਜਾਂਦਾ ਹੈ, ਨਾਮ ਜਪਣ ਨਾਲ ਉਹ ਵੱਡਾ ਹੋ ਜਾਂਦਾ। ਅਤੇ ਜੋ ਪੁਰਸ਼ ਪਰਮੇਸ਼ਰ ਦੀ ਨਿੰਦਿਆ ਕਰਦਾ ਹੈ, ਉਸ ਪੁਰਸ਼ ਦਾ ਜਸ ਤੇਜ ਪ੍ਰਤਾਪ ਘਾਟ ਨਾ ਜਾਏ, ਨਹੀਂ ਘਟਦਾ, ਘਟ ਜਾਂਦਾ ਹੈ।
ਜ਼ਰੂਰ ਘਟ ਜਾਂਦਾ। ਜਿਹੜਾ ਪਰਮੇਸ਼ਰ ਦੀ ਨਿੰਦਿਆ ਕਰਨ ਤੇ ਲੱਗੇ ਹੀ ਰਹੇ ਉਹਦੇ ਸਾਰੇ ਪੁੰਨ ਸੜ ਕੇ ਕੋਲੇ ਬਣ ਜਾਂਦੇ ਨੇ, ਸਵਾਹ ਹੋ ਜਾਂਦੇ ਨੇ ਪੁੰਨ, ਉਹਦੇ ਕੱਖ ਪੱਲੇ ਨਹੀਂ ਰਹਿੰਦਾ ਫਿਰ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨਿੰਦਕ ਪੁਰਸ਼ ਨੂੰ ਇਸ ਲੋਕ ਅਤੇ ਪ੍ਰਲੋਕ ਵਿੱਚ ਵੀ ਸੁੱਖ ਨਹੀਂ ਮਿਲਦਾ। ਤਾਂ ਹੁਣ ਨਿੰਦਕਾਂ ਦਾ ਇਸ ਪ੍ਰਕਾਰ ਦੱਸਦੇ, ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ, ਤੇ ਨਰ ਨਿੰਦਕ ਸੋਭ ਨਾ ਪਾਵੈ ਤਿਨ ਨੱਕ ਕਾਟੇ ਸਿਰਜਣਹਾਰੀ। ਵਾਹਿਗੁਰੂ ਨੇ ਉਹਨਾਂ ਦੇ ਨੱਕ ਕੱਟ ਦਿੱਤੇ ਨੇ। ਤਾਂ ਇਸ ਪ੍ਰਕਾਰ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਸਿਫਤ ਜਿਹੜੀ ਹੈ ਤੁਸੀਂ ਆਪਣੇ ਭਲੇ ਵਾਸਤੇ ਕਰਨੀ ਹੈ, ਨਾ ਕਿ ਪਰਮੇਸ਼ਰ ਨੂੰ ਫਲਾਉਣ ਵਾਸਤੇ, ਨਾ ਕਿ ਉਹ ਪਰਮੇਸ਼ਰ ਦੀ ਨਿੰਦਿਆ ਇਸ ਕਰਕੇ ਕਰਨੀ ਕਿ ਉਹ ਘਟ ਜਾਵੇਗਾ, ਉਹ ਡਰ ਜਾਵੇਗਾ, ਉਹ ਸਾਡੇ ਵਰਗਾ ਨਹੀਂ ਹੈ। ਤਾਂ ਫਿਰ ਮਾਤਾ ਜੀ ਨੇ ਬਚਨ ਕੀਤਾ, ਜਿਵੇਂ ਕਿਸੇ ਪੁਰਸ਼ ਨੂੰ ਪਤਾ ਲੱਗ ਜਾਵੇ ਕਿ ਹੁਣ ਮੇਰਾ ਮਰਨਾ ਨਜ਼ਦੀਕ ਆ ਗਿਆ ਤਾਂ ਉਹਨੂੰ ਸੋਗ ਹੋ ਜਾਂਦਾ। ਤਾਂ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦਾ ਮਰਨਾ ਨੇੜੇ ਆਉਂਦੇ ਹੋਵੇਗਾ, ਵਾਹਿਗੁਰੂ ਨੂੰ ਵੀ ਸੋਗ ਹੋ ਜਾਂਦਾ ਹੋਵੇਗਾ ਕਿ ਹੁਣ ਮੈਂ ਮਰਨਾ। ਕਦੇ ਤਾਂ ਵਾਹਿਗੁਰੂ ਮਰਦਾ ਹੋਵੇਗਾ ਲੱਖਾਂ ਨੂੰ, ਕਰੋੜਾਂ ਸਾਲਾਂ ਨੂੰ, ਅਰਬਾਂ ਸਾਲਾਂ ਨੂੰ, ਖਰਬਾਂ ਸਾਲਾਂ ਨੂੰ, ਕਦੇ ਵੀ ਨਹੀਂ ਮਰਦਾ ਪਰਮੇਸ਼ਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਦਿੰਦੇ ਆ, ਫਰਮਾਉਂਦੇ ਨੇ ਨਾ ਉਹ ਮਰੈ ਨਾ ਹੋਵੈ ਸੋਗ। ਨਾ ਮਾਤਾ ਜੀ ਉਹ ਪਰਮੇਸ਼ਰ ਕਦੇ ਮਰਦਾ, ਇਸ ਲਈ ਨਾ ਹੀ ਉਹਨੂੰ ਕਦੇ ਕੋਈ ਸੋਗ ਫਿਕਰ ਹੁੰਦਾ। ਤਾਂ ਇਸੇ ਕਰਕੇ ਰੱਬ ਦੇ ਪਿਆਰਿਆਂ ਨੂੰ ਵੀ ਨਾ ਹੀ ਕਦੇ ਸੋਗ ਹੁੰਦਾ, ਨਾ ਉਹਨੇ ਕਦੇ ਮਰਨਾ, ਕਿਉਂਕਿ ਵਾਹਿਗੁਰੂ ਸਾਡੇ ਸਿਰ ਤੇ ਸਦਾ ਸਲਾਮਤ ਹੈ। ਇਸ ਕਰਕੇ ਸਾਡੇ ਮਨਾਂ ਨੂੰ ਕਦੇ ਵੀ ਸੋਗ ਨਹੀਂ ਹੁੰਦਾ। ਉਹ ਵਾਹਿਗੁਰੂ ਕਿਉਂਕਿ ਜਾਂਦਾ ਹੀ ਨਹੀਂ, ਇਸ ਕਰਕੇ ਅਸੀਂ ਸਦਾ ਹੀ ਪ੍ਰਸੰਨ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਨੇ ਕਿਹੜਾ ਕਿਤੇ ਜਾਣਾ। ਮਹਾਰਾਜ ਤਾਂ ਸਦੀਵ ਕਾਲ ਨੇ। ਪ੍ਰਕਾਸ਼ ਦਿਵਸ ਤਾਂ ਹੈ ਇਹਨਾਂ ਦਾ 6 ਸਤੰਬਰ ਨੂੰ, ਪਰ ਇਹਨਾਂ ਦਾ ਕਦੇ ਆਇਆ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਵਾਲਾ ਨਹੀਂ ਨਾ ਹੈ, ਇਹ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ ਬਸ। ਇੱਥੇ ਜੋਤੀ ਜੋਤ ਸਮਾਉਣ ਵਾਲਾ ਕੋਈ ਕੰਮ ਨਹੀਂ। ਜੋਤੀ ਜੋਤ ਤਾਂ ਉਹ ਸਮਾਉਂਦਾ ਜਿਹਦੀ ਜੋਤ ਵੱਖਰੀ ਹੋਵੇ, ਤੇ ਇਹ ਆਪ ਹੀ ਜੋਤ ਉਹੀ ਜੋਤ ਹੈ ਜਿਹਦੇ ਵਿੱਚ ਸਾਰੀਆਂ 10 ਜੋਤਾਂ ਸਮਾਈਆਂ ਨੇ। 10 ਜੋਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾ ਸਕਦੀਆਂ ਨੇ, ਇਹ ਗਾਹਾਂ ਕਿੱਥੇ ਸਮਾਉਣਗੇ, ਤਾਂ ਆਪ ਵੱਡੀ ਜੋਤ ਹੈ। ਇਸ ਕਰਕੇ ਇਸ ਵਿੱਚ ਤਾਂ ਸਾਰੀਆਂ ਜੋਤਾਂ ਸਮਾ ਸਕਦੀਆਂ, ਪਰ ਇਹ ਜੋਤ ਨੇ ਕਿੱਥੇ ਸਮਾਉਣਾ। ਇਹ ਤਾਂ ਉਹੀ ਜੋਤ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਜਮੀ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ। ਉਹੀ ਜੋਤ ਹੈ ਵਾਹਿਗੁਰੂ ਦੀ। ਦਿੰਦਾ ਰਹਿ ਨਾ ਚੁੱਕੈ ਭੋਗ, ਉਹ ਪਰਮੇਸ਼ਰ ਦਾਤਾਂ ਦਿੰਦਾ ਰਹਿੰਦਾ ਹੈ। ਭੋਗ ਤੋਂ ਬਾਅਦ ਪਦਾਰਥ ਦਿੰਦਿਆਂ ਹੋਇਆਂ ਚੁੱਕੈ, ਭੁੱਲਦਾ ਨਹੀਂ, ਚੁੱਕਦਾ ਨਹੀਂ, ਭੁੱਲ ਚੁੱਕ ਨਹੀਂ ਹੁੰਦੀ। ਲੈ ਵੀ ਫਲਾਨਾ ਰਹਿ ਗਿਆ, ਅੱਜ ਉਹਨੂੰ ਮੈਂ ਰੋਜੀ ਦੇਣੀ ਸੀ, ਉਹ ਰਹਿ ਗਿਆ। ਤਾਂ ਫਿਰ ਇਸ ਪ੍ਰਕਾਰ ਮਾਤਾ ਜੀ ਨੇ ਕਿਹਾ ਜਿਸ ਤਰ੍ਹਾਂ ਕੋਈ ਖਜ਼ਾਨੇ ਵਿੱਚੋਂ ਰੋਜ਼ ਦਿੰਦਾ ਹੈ ਤਾਂ ਉਹ ਖਜ਼ਾਨਾ ਮੁੱਕ ਜਾਂਦਾ ਹੈ, ਤਾਂ ਕਿਵੇਂ ਪਰਮੇਸ਼ਰ ਜੋ ਰੋਜ਼ ਦਿੰਦਾ ਰਹਿੰਦਾ ਉਹਦਾ ਖਜ਼ਾਨਾ ਵੀ ਮੁੱਕ ਜਾਂਦਾ ਹੋਏਗਾ। ਤਾਂ ਉਸ ਵਕਤ ਮਹਾਰਾਜ ਕਹਿੰਦੇ ਦਿੰਦਾ ਰਹਿ ਨਾ ਚੁੱਕੈ ਭੋਗ। ਮਾਤਾ ਜੀ ਉਹ ਪਰਮੇਸ਼ਰ ਦਾ ਖਜ਼ਾਨਾ ਮੁੱਕਦਾ ਨਹੀਂ, ਚੁੱਕਣ ਦਾ ਭਾਵ ਮੁੱਕ ਜਾਂਦਾ, ਮੁੱਕਦਾ ਨਹੀਂ ਉਹ ਵਾਹਿਗੁਰੂ ਦਾ ਖਜ਼ਾਨਾ। ਜਿੰਨਾ ਮਰਜੀ ਵੰਡੀ ਜਾਵੇ ਪਿੱਚਰ ਮੂਲ ਨਾ ਥੁੜਿੰਦੋ, ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ ਗੁਣ ਇਹੋ ਹੋਰ ਨਾ ਹੀ ਕੋਏ। ਇਹ ਮਾਤਾ ਜੀ ਇਹੋ ਜਿਹਾ ਗੁਣ ਹੈ ਪਰਮੇਸ਼ਰ ਵਿੱਚ, ਇਹ ਗੁਣ ਪਰਮੇਸ਼ਰ ਵਿੱਚ ਹੈ, ਹੋਰ ਕਿਸੇ ਵਿੱਚ ਨਹੀਂ। ਹੋਰਾਂ ਦੇ ਤਾਂ ਖਜ਼ਾਨੇ ਖਾਲੀ ਦੇਖੇ ਨੇ, ਦਿਵਾਲਾ ਨਿਕਲ ਜਾਂਦਾ, ਹੋਰਨਾਂ ਦਾ ਤਾਂ ਬੜੇ ਬੜੇ ਦਾਤਿਆਂ ਦਾ ਵੀ ਦਿਵਾਲਾ ਨਿਕਲਦਾ ਦੇਖਿਆ। ਨਾ ਕੋ ਹੋਆ ਨਾ ਕੋ ਹੋਏ, ਪਰਮੇਸ਼ਰ ਵਰਗਾ ਨਾ ਕੋਈ ਪਿੱਛੇ ਸੀ, ਨਾ ਹੁਣ ਹੈ, ਨਾ ਕੋਈ ਅੱਗੇ ਇਹੋ ਜਿਹਾ ਹੋਵੇਗਾ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿੱਡਾ ਵੱਡਾ ਪਰਮੇਸ਼ਰ ਆਪ ਹੈ, ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਉਹ ਭਗਤਾਂ ਨੇ ਪਾਈਆ ਪਾਈਆ ਮੰਗਿਆ ਤਾਂ ਬੋਰੀਆਂ ਬੋਰੀਆਂ ਆ ਗਈਆਂ ਬੜੀਆਂ ਬੜੀਆਂ। ਇਸ ਕਰਕੇ ਆਪਾਂ ਕਿੰਨਾ ਕੁ ਮੰਗਦੇ ਹਾਂ, ਅਸੀਂ ਮਹਾਰਾਜ ਜੀ ਤੁਹਾਡੇ ਵਾਲਾ ਪਾਈਆ ਮੰਗਦੇ, ਸਾਡਾ 250 ਗ੍ਰਾਮ ਨਹੀਂ, ਅਸੀਂ ਤਾਂ ਮੰਗਿਆ ਪਾਓ ਘੀਓ ਸੰਗ ਲੂਣਾ, ਅੱਧ ਸੇਰ ਮੰਗੋ ਦਾਲੇ। ਤੁਹਾਡੀ ਅੱਧਾ ਸੇਰ ਤਾਂ ਖਾਸੀ ਹੋ ਜਾਣੀ, ਸਾਰੀ ਜ਼ਿੰਦਗੀ ਮੁੱਕਣੀ ਨਹੀਂ। ਤੁਹਾਡਾ ਪਾਈਆ, ਤੁਹਾਡੀ ਤੱਕੜੀ ਬਹੁਤ ਵੱਡੀ ਹੈ ਨਾ। ਜੇ ਤੁਸੀਂ ਇੱਕ ਪਾਈਆ ਦਾਲ ਦਿਓ ਤੋਲ ਕੇ, ਤਾਂ ਮੇਰਾ ਖਿਆਲ ਵੀ ਸਾਰੀ ਦੁਨੀਆ ਰੱਜ ਦੇ ਦਾਲ ਤੁਹਾਡੀ ਮੁੱਕੇ ਹੀ ਨਾ। ਇੰਨੀ ਪਾਈਆ ਦਾਲ, ਉਹ ਜਿਹੜੀ ਤੁਸੀਂ 20 ਰੁਪਏ ਦਾ ਸੌਦਾ ਖਰੀਦ ਕੇ ਖਵਾਇਆ ਸੀ ਨਾ, ਉਹ ਲੰਗਰ ਅੱਜ ਇੰਨਾ ਫੈਲ ਗਿਆ ਸਾਰੇ ਸੰਸਾਰ 'ਚ, ਉਹ ਮੁੱਕਣ 'ਚ ਨਹੀਂ ਆਉਂਦਾ। ਉਹ 20 ਰੁਪਏ ਦੀ FD ਇਹੀ ਜਿਹੀ ਕਰਾਈ ਮਹਾਰਾਜ ਨੇ, ਉਹ ਮੁੱਕਦੇ ਹੀ ਨਹੀਂ ਹੈ। ਇਸ ਕਰਕੇ ਤੁਹਾਡੇ ਪਾਈਆ ਧਨ ਨੇ, ਤੁਹਾਡੇ ਅੱਧ ਸੇਰ ਧਨ ਨੇ। ਇਸੇ ਕਰਕੇ ਤੁਹਾਡੇ ਕੋਲ ਅਸੀਂ ਥੋੜਾ ਥੋੜਾ ਮੰਗਦੇ ਹਾਂ। ਪਾਈਆ ਕ ਦਾਲ ਬਹੁਤ ਹੈ ਔਰ ਅੱਧ ਸੇਰ ਬੜੀ ਹੈ, ਪਾਓ ਘੀਓ, ਪਾਈਆ ਕ ਘਿਓ ਬੜਾ। ਜੇ ਇੱਕ ਪਾਈਆ ਮੰਗਾਂਗੇ ਤੁਹਾਡਾ ਗੱਫਾ ਬਹੁਤ ਵੱਡਾ ਹੋ ਜਾਣਾ। ਇਸ ਕਰਕੇ ਅਸੀਂ ਤੁਹਾਡੇ ਕੋਲ ਮੰਗਦੇ ਹਾਂ, ਜਿੱਡੇ ਵੱਡੇ ਤੁਸੀਂ ਹੋ ਓਡੇ ਵੱਡੀ ਤੁਹਾਡੀ ਦਾਤ ਵੀ। ਜਿਨ ਦਿਨ ਕਰਕੇ ਕੀਤੀ ਰਾਤ, ਜਿਸ ਪਰਮੇਸ਼ਰ ਨੇ ਪਹਿਲਾਂ ਦਿਨ ਬਣਾਇਆ ਜੀਵ ਦੇ ਕਾਰ ਵਿਹਾਰ ਚਲਾਉਣ ਵਾਸਤੇ, ਫਿਰ ਇਹ ਆਰਾਮ ਕਰਨ ਵਾਸਤੇ ਰਾਤ ਬਣਾ ਦਿੱਤੀ। ਜੇਕਰ ਦਿਨ ਹੀ ਰਹਿੰਦਾ ਤਾਂ ਸਾਰੇ ਲੋਕ ਧੰਦਿਆਂ 'ਚ ਹੌਲੀ ਹੌਲੀ ਮਰ ਜਾਂਦੇ। ਦੁਕਾਨਦਾਰ ਕਦੋਂ ਉੱਠਦੇ ਦੁਕਾਨ ਤੋਂ, ਉੱਠਣ ਦੀ ਲੋੜ ਹੀ ਨਹੀਂ ਹੈ। ਬਾਰੀਆਂ ਦਿੰਦੇ ਫਿਰ ਬਈ ਅੱਧਾ ਦਿਨ 12 ਘੰਟੇ ਮੈਂ ਬੈਠੂ, 12 ਘੰਟੇ ਦੂਜਾ ਬੈਠੇ, ਫਿਰ ਦੁਕਾਨ ਬੰਦ ਨਾ ਹੁੰਦੀ, ਫਿਰ ਦਫ਼ਤਰ ਨਾ ਬੰਦ ਹੁੰਦੇ, ਫਿਰ ਆਰਾਮ ਕਦੋਂ ਕਰਦੇ। ਵਾਹਿਗੁਰੂ ਨੇ ਸਾਡੇ ਆਰਾਮ ਦੀ ਸੁਵਿਧਾ ਦੇ ਦਿੱਤੀ ਸਾਨੂੰ। ਉਹਨੇ ਇਹ ਦੱਸ ਦਿੱਤਾ ਬਈ ਹੁਣ ਰਾਤ ਹੋ ਗਈ, ਹੁਣ ਬਿਰਾਜਮਾਨ ਹੋ ਜਾਓ, ਹੁਣ ਆਰਾਮ ਕਰੋ। ਖਸਮ ਵਿਸਾਰ ਹੈ ਤੇ ਕਮਜਾਤ। ਇਹ ਮਾਤਾ ਜੀ ਜਿਹੜੇ ਐਸੇ ਲੋਕ ਨੇ
ਜਿਹੜੇ ਵਾਹਿਗੁਰੂ ਨੂੰ ਭੁਲਾ ਦਿੰਦੇ ਨੇ ਉਹ ਪੁਰਸ਼ ਕਮਜਾਤ ਹੈ, ਨਿਊਣ ਜਾਤੀ ਵਾਲੇ, ਜਿਹਨੂੰ ਕਹਿੰਦੇ ਨੀਵੀਂ ਜਾਤੀ ਵਾਲੇ, ਆਮ ਵੀ ਕਹਿੰਦੇ ਕਮਜਾਤ ਹੈ ਫਲਾਨਾ। ਤੋ ਇਸ ਕਰਕੇ ਕਮਜਾਤ ਬਹੁਤ ਹੀ ਨੀਵੀਆਂ ਚਿੜੀ ਮਾਰ ਜਿਹੜੇ ਹੁੰਦੇ ਆ, ਸਿਗਲੀ ਗਰਜੇ ਹੋਰ ਦੂਜੇ ਤੀਜੇ, ਤੋ ਜਿਸ ਪ੍ਰਕਾਰ ਇਹ ਨੀਵੀਆਂ ਜਾਤਾਂ ਚਲੇ ਜਾਂਦੇ ਨੇ। ਜਾਂ ਇੱਕ ਹੋਰ ਵੀ ਹੁੰਦੇ ਨੇ ਅੱਗੇ ਤੋਂ ਅੱਗੇ, ਬਹੁਤ ਅੱਗੇ, ਢੋਰ ਜਿਹੜੇ ਪਸ਼ੂਆਂ ਦੇ ਚਮਜੇ ਲਾਉਣ ਵਾਲੇ ਹੋਰ ਨੀਵੇਂ। ਤੋ ਇਸ ਪ੍ਰਕਾਰ ਅੱਗੇ ਤੋਂ ਅੱਗੇ ਨੀਵੀਆਂ ਤੋਂ ਨੀਵੀਆਂ ਪਈਆਂ ਜਾਤਾਂ, ਕਈ ਡੱਡੀਆਂ ਮੱਛੀਆਂ ਖਾਈ ਜਾਂਦੇ ਕੜ ਕੜ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ, ਤਾਂ ਛੱਪੜਾਂ ਵਿੱਚੋਂ ਜਾ ਕੇ ਉਹ ਪੂੰਗ ਜੇ ਫੜ ਲੈਣੇ, ਆ ਝੁੱਗੀਆਂ ਜਿਹੀਆਂ ਪਾਈ ਬੈਠੇ ਹੁੰਦੇ ਕਈ ਥਾਈਂ, ਇੱਥੋਂ ਜਿਹੜੇ ਉੱਥੇ ਚਲੇ ਗਏ, ਉੱਥੋਂ ਚਲੇ ਗਏ। ਮਹਾਰਾਜ ਕਹਿੰਦੇ ਨਾਮ ਨਹੀਂ ਜਪਦੇ, ਮੇਰੇ ਲਈ ਤਾਂ ਭਾਵੇਂ ਮਹਿਲਾਂ 'ਚ ਭਾਵੇਂ ਬੈਠਾ, ਪਰ ਮੇਰੇ ਲਈ ਤਾਂ ਕਮਜਾਤ ਹੈ, ਨੀਵੀਂ ਜਾਤੀ, ਮੇਰੇ ਲਈ ਤਾਂ ਕੱਖ ਦਾ ਨਹੀਂ। ਇਸੇ ਕਰਕੇ 10ਵੇਂ ਪਾਤਸ਼ਾਹ ਨੇ ਕਿਹਾ, ਪੁੱਤਰ ਕਦੇ ਸੇਵਾ ਕੀਤੀ? ਕਹਿੰਦਾ ਨਾ ਮਹਾਰਾਜ ਨੇ ਪਾਣੀ ਡੋਲ ਛੱਡਿਆ, ਨੀਚ ਦੇ ਹੱਥੋਂ ਨਹੀਂ ਪਾਣੀ ਪੀਣਾ, ਕਿਉਂਕਿ ਤੂੰ ਕਦੇ ਸੇਵਾ ਹੀ ਨਹੀਂ ਕੀਤੀ, ਇਸ ਕਰਕੇ ਤੇਰੇ ਹੱਥੋਂ ਪਾਣੀ ਨਹੀਂ ਪੀਣਾ। ਨਾਨਕ ਨਾਲ ਹੈ ਬਾਝ ਸਨਾਤ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਜਿਹੜਾ ਜੀਵ ਹੈ ਸਨਾਤ, ਭੂਤਾਂ ਪ੍ਰੇਤਾਂ ਦੀ ਜਾਤੀ ਹੈ ਸਨਾਤ, ਭੂਤ ਪ੍ਰੇਤ ਹੈ, ਭੂਤਨੇ ਨੇ ਜਿਹੜੇ ਨਾਮ ਨਹੀਂ ਜਪਦੇ। ਇਸ ਲਈ ਜੀਵ ਨੂੰ ਹਰ ਵੇਲੇ ਨਾਮ ਜਪਣਾ ਚਾਹੀਦਾ। ਜੇ ਨਾਮ ਜਪੋਗੇ ਤਾਂ ਗੁਰਮੁਖ ਪਿਆਰੇ ਹੋ, ਜੇ ਨਾਮ ਨਹੀਂ ਜਪਦੇ ਤਾਂ ਫਿਰ ਭੂਤਨਿਆਂ ਦੀ ਨਿਆਈ ਸਾਡੀ ਜ਼ਿੰਦਗੀ ਬਤੀਤ ਹੋ ਰਹੀ ਹੈ। ਭੂਤ ਪ੍ਰੇਤ ਕਿਉਂਕਿ ਉਹਨਾਂ ਦੀ ਜਿਹੜੀ ਜੂਨੀਆਂ ਨਾ ਭੂਤਾਂ ਪ੍ਰੇਤਾਂ ਦੀਆਂ, ਉਹ ਨਾਮ ਜਪ ਨਹੀਂ ਸਕਦੇ। ਇੱਥੋਂ ਤੱਕ ਵੀ ਜਿੰਨਾ ਏਰੀਆ ਹੈ ਇਹਦੇ ਦੁਆਲੇ ਦੁਆਲੇ ਜੇ ਹੋਣਗੇ ਵੀ ਕਿਤੇ, ਤਾਂ ਉਹ ਸੁਣ ਕੇ ਉਹਨਾਂ ਨੂੰ ਅੱਗ ਲੱਗ ਜਾਂਦੀ, ਦੌੜਦੇ ਨੇ, ਨਾਮ ਤਾਂ ਜਪ ਹੀ ਨਹੀਂ ਸਕਦੇ। ਤਾਂ ਤੇ ਮਨੁੱਖਾ ਜਨਮ ਵਿੱਚ ਸਾਨੂੰ ਨਾਮ ਜਪਣ ਵਾਸਤੇ ਹੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਆਓ ਪਰਮੇਸ਼ਰ ਦੇ ਨਾਮ ਨੂੰ ਜਪੀਏ, ਸਤਿਗੁਰੂ ਮਹਾਰਾਜ ਦੇ ਨਿਤਨੇਮ ਨੂੰ ਕਰੀਏ, ਹਰ ਰੋਜ਼ ਨਿਤਨੇਮੀ ਬਣੀਏ। ਮਹਾਰਾਜ ਕਿਰਪਾ ਕਰਨ, ਅਸੀਂ ਫਿਰ ਲੋਕ ਸੁਖੀ ਪਰ ਲੋਕ ਸਹਿਲੇ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।